भई अकाल की, तब चलायो पंथ, सब सिखन को हुक्म है, गुरु मानियो ग्रंथ। सिख विरसा, सिख विरसा जान है साडी, इस नूं सारे प्यार करो। गुरुआं ਅਤੇ ਸ਼ਹੀਦਾਂ ਦਾ ਤੁਸੀਂ ਸਾਰੇ ਹੀ ਸਤਿਕਾਰ ਕਰੋ। सब तेरी वड्याई कोई नाहु ना जाने मेरा। आदि गुरु है ना मैं, जुगाद गुरु है ना मैं, वो सतगुरु है ना मैं, श्री गुरुदेव ना मैं। .3 FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਸਰਬਜੀਤ ਸਿੰਘ। ਆਓ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਐਤਵਾਰ ਦਾ ਦਿਹਾੜਾ ਹੈ 12 ਪੋ ਸੰਮਤ 553 ਨਾਨਕਸ਼ਾਹੀ ਕੈਲੰਡਰ ਦੇ ਹਿਸਾਬ ਦੇ ਨਾਲ ਤੇ 26 ਦਸੰਬਰ 2021 ਅੰਗਰੇਜ਼ੀ ਕੈਲੰਡਰ ਦੇ ਹਿਸਾਬ ਦੇ ਨਾਲ ਅੱਜ ਦਾ ਸਿੱਖ ਵਿਰਸਾ ਪ੍ਰੋਗਰਾਮ ਲੈ ਕੇ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ ਤੇ 11 ਵਜੇ ਅਸੀਂ ਚੱਲਾਂਗੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜਿੱਥੋਂ ਆਪ ਜੀ ਸਿੱਧਾ ਪ੍ਰਸਾਰਣ ਸਰਵਨ ਕਰੋਗੇ। ਆਓ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਚੱਲਦੇ ਹਾਂ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ।
से दरगह पैदे जाहे जिन्ना हर जप लया जिन्ना हर जप लया से दरगह पैदे जाहे जिन्ना हर जप लया 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 से दरगह पैदे जाहे जिन्ना हर जप लया 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 से दरगह पैदे जाहे जिन्ना हर जप लया जिन्ना हर जप लया जो सेवे सत मुरार से पव जल तर गया जो सेवह सत मुरार से पव जल तर गया जो बोले हर हर नाम तिन जम छड़ गया जो बोले हर हर नाम तिन जम छड़ गया तिन जम छड़ गया तिन जम छड़ गया से दरगह पैदे जाहे जिन्ना हर जप लया 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 से दरगह पैदे जाहे जिन्ना हर जप लया जिन्ना हर जप लया हर सेवह से पुरख जिन्ना हर तुद मया हर सेवह से पुरख हर सेवह से पुरख
ਜਿਨਾ ਹਰ ਤੁਧ ਮਇਆ ਆਪ ਜਪਾਏ ਜਪੈ ਸੋ ਨਾਮ ਆਪ ਗਾਵਾਏ ਸੋ ਹਰ ਗੁਣ ਗਾ ਹਰ ਸੇਵੈ ਸੇਈ ਪੁਰਖ ਜਿਨਾ ਹਰ ਤੁਧ ਮਇਆ ਹਰ ਸੇਵੈ ਸੇਈ ਪੁਰਖ ਜਿਨਾ ਹਰ ਤੁਧ ਮਇਆ ਗੁਣ ਗਾਵਾਂ ਪਿਆਰੇ ਨਿਤ ਗੁਰਮੁਖ ਭ੍ਰਮ ਭਉ ਗਿਆ ਗੁਰਮੁਖ ਭ੍ਰਮ ਭਉ ਗਿਆ ਗੁਣ ਗਾਵਾਂ ਪਿਆਰੇ ਨਿਤ ਗੁਰਮੁਖ ਭ੍ਰਮ ਭਉ ਗਿਆ ਗੁਰਮੁਖ ਭ੍ਰਮ ਭਉ ਗਿਆ ਗੁਰਮੁਖ ਭ੍ਰਮ ਭਉ ਗਿਆ ਸੇ ਦਰਗਹ ਪੈਦੇ ਜਾਹੇ ਜਿਨਾ ਹਰ ਜਪ ਲਿਆ 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 ਸੇ ਦਰਗਹ ਪੈਦੇ ਜਾਹੇ ਜਿਨਾ ਹਰ ਜਪ ਲਿਆ ਜਿਨਾ ਹਰ ਜਪ ਲਿਆ ਸੇ ਦਰਗਹ ਪੈਦੇ ਜਾਹੇ ਜਿਨਾ ਹਰ ਜਪ ਲਿਆ ਜਿਨਾ ਹਰ ਜਪ ਲਿਆ ਜਿਨਾ ਹਰ ਜਪ ਲਿਆ ਵਾਹਿਗੁਰੂ। ਹੁਣੇ ਅਸੀਂ ਸੁਣ ਰਹੇ ਸੀ ਸਿੱਧਾ ਪ੍ਰਸਾਰਣ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ। ਤੇ ਆਓ ਚੱਲਦੇ ਹਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਸਵੇਰ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਨ ਕਰਦੇ ਹਾਂ। ਇਹ ਹੁਕਮਨਾਮਾ ਸੱਚੇ ਪਾਤਸ਼ਾਹ ਨੇ ਸਾਨੂੰ ਅਪਾਰ ਕਿਰਪਾ ਕਰਕੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਅੱਜ ਸੁਬਾਹ ਬਖਸ਼ਿਸ਼ ਕੀਤਾ ਹੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਮੇਰਾ ਲਾਗੋ RAM ਸਿਉ ਹੇਤ ਸਤਿਗੁਰ ਮੇਰਾ ਸਦਾ ਸਹਾਈ। ਜਿਨ ਦੁਖ ਕਾ ਕਾਟਿਆ ਕੇਤ ਮੇਰਾ ਲਾਗੋ RAM ਸਿਉ ਹੇਤ ਸਤਿਗੁਰ ਮੇਰਾ ਸਦਾ ਸਹਾਈ। ਜਿਨ ਦੁਖ ਕਾ ਕਾਟਿਆ ਕੇਤ ਰਹਾਉ। ਹਾਥ ਦੇ ਰਾਖਿਓ ਆਪਣਾ ਕਰ ਬਿਰਥਾ ਸਗਲ ਮਿਟਾਈ।
पुस्तक के मुख काले कीने, जान का आप सहाय। साचा साहिब होआ रखवाला, राख लिए कंठ लाए। निरभउ भये सदा सुख माणे, नानक हर गुण गाए। साचा साहिब हुआ रखवाला, राख लिए कंठ लाए। निरभउ भये सदा सुख माणे, नानक हर गुण गाए। वाहिगुरु जी का खालसा, वाहिगुरु जी की फतेह। तनासरी महला पंजवा। मेरा लागो राम स्यों हेत, सतगुर मेरा सदा सहाई। जिन दुख का काटिया केत। ਹੁਣੇ ਅਸੀਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤਾ ਗਿਆ ਅੱਜ ਦਾ ਹੁਕਮਨਾਮਾ ਸਰਵਣ ਕੀਤਾ ਹੈ। ਅੱਜ ਦਾ ਹੁਕਮਨਾਮਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦਾ ਰਾਗ ਤਨਾਸਰੀ ਦੇ ਵਿੱਚ ਉਚਾਰਨ ਕੀਤਾ ਹੋਇਆ ਸ਼ਬਦ ਹੈ, ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 675 ਅੰਗ ਤੇ ਸੁਸ਼ੋਭਿਤ ਹੈ। ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਤਰ੍ਹਾਂ ਪ੍ਰਕਾਸ਼ਿਤ ਕੀਤੀ ਹੈ। ਧਨਾਸਰੀ ਮਹੱਲਾ ਪੰਜਵਾ। ਹੇ ਭਾਈ, ਜਿਸ ਗੁਰੂ ਨੇ ਸਰਨ ਆਏ ਹਰੇਕ ਮਨੁੱਖ ਦਾ ਬੋਧੀ ਵਾਲਾ ਤਾਰਾ ਹੀ ਸਦਾ ਕੱਟ ਦਿੱਤਾ ਹੈ। ਭਾਵ ਕਿ ਗੁਰੂ ਹਰੇਕ ਸਰਨ ਆਏ ਮਨੁੱਖ ਦੇ ਦੁੱਖਾਂ ਦੀ ਜੜ ਕੱਟ ਦਿੰਦਾ ਹੈ। ਉਹ ਗੁਰੂ ਮੇਰਾ ਵੀ ਸਦਾ ਲਈ ਮਦਦਗਾਰ ਬਣ ਗਿਆ ਹੈ ਤੇ ਉਸ ਦੀ ਕਿਰਪਾ ਦੇ ਨਾਲ ਮੇਰਾ ਪਰਮਾਤਮਾ ਦੇ ਨਾਲ ਪਿਆਰ ਬਣ ਗਿਆ ਹੈ। ਸਤਿਗੁਰੂ ਜੀ ਵਿਸ਼ਰਾਮ ਦੇ ਕੇ ਅੱਗੇ ਫਰਮਾਉਂਦੇ ਨੇ, ਹੇ ਭਾਈ, ਉਹ ਪਰਮਾਤਮਾ ਆਪਣੇ ਸੇਵਕਾਂ ਨੂੰ ਆਪਣੇ ਹੱਥ ਦੇ ਕੇ ਦੁੱਖਾਂ ਤੋਂ ਬਚਾਉਂਦਾ ਹੈ। ਸੇਵਕਾਂ ਨੂੰ ਆਪਣੇ ਬਣਾ ਕੇ ਉਹਨਾਂ ਦਾ ਸਾਰਾ ਦੁੱਖ ਦਰਦ ਮਿਟਾ ਦਿੰਦਾ ਹੈ। ਪਰਮਾਤਮਾ ਆਪਣੇ ਸੇਵਕਾਂ ਦਾ ਆਪ ਮਦਦਗਾਰ ਬਣਦਾ ਹੈ ਤੇ ਉਹਨਾਂ ਦੀ ਨਿੰਦਾ ਕਰਨ ਵਾਲਿਆਂ ਦੇ ਮੂੰਹ ਕਾਲੇ ਕਰਦਾ ਹੈ। ਹੇ ਨਾਨਕ, ਸਦਾ ਕਾਇਮ ਰਹਿਣ ਵਾਲੇ ਮਾਲਕ ਆਪਣੇ ਸੇਵਕਾਂ ਦਾ ਰਾਖਾ ਬਣਦਾ ਹੈ, ਆਪ ਰਾਖਾ ਬਣਦਾ ਹੈ, ਉਹਨਾਂ ਨੂੰ ਆਪਣੇ ਗਲ ਦੇ ਨਾਲ ਲਾ ਕੇ ਰੱਖਦਾ ਹੈ। ਪਰਮਾਤਮਾ ਦੇ ਸੇਵਕ ਪਰਮਾਤਮਾ ਦੇ ਗੁਣ ਗਾ ਗਾ ਕੇ ਤੇ ਸਦਾ ਆਤਮਕ ਆਨੰਦ ਮਾਣ ਕੇ ਦੁੱਖਾਂ ਕਲੇਸ਼ਾਂ ਵੱਲੋਂ ਨਿਡਰ ਹੋ ਜਾਂਦੇ ਨੇ। ਇਹ ਸੀ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ। ਆਓ ਇੱਕ ਸ਼ਬਦ ਸਰਵਣ ਕਰਦੇ ਹਾਂ ਤੇ ਉਸ ਤੋਂ ਬਾਅਦ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਆਪ ਜੀ ਦੇ ਨਾਲ ਸਾਂਝੀ ਕਰਾਂਗੇ।
ਜਨ ਹਰ ਸਿਉ ਰਲ ਹਾਂਜੀ, ਹੁਣੇ ਅਸੀਂ ਸੁਣ ਰਹੇ ਸੀ ਇਹ ਸ਼ਬਦ ਜਿਸ ਨੂੰ ਗਾਇਨ ਕੀਤਾ ਸੀ ਬੀਬੀ ਗੁਰਪ੍ਰੀਤ ਕੌਰ ਤੇ ਉਸਦੇ ਸਾਥੀਆਂ ਨੇ। ਤੇ ਆਓ ਚੱਲਦੇ ਹਾਂ ਹੁਣ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਵੱਲ, ਜਿਹੜੀ ਕਿ ਧੰਨਵਾਦ ਸਹਿਤ ਅਸੀਂ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ। ਤਨਾਸਰੀ 5th ਮਹਿਲ। I have fallen in love with the Lord. My true Guru is always my help and support. He has torn down the banner of pain. Pause. Giving me his hand, he has protected me as his own and removed all my troubles. He has blackened the faces of slanderers, and he himself has become the help and support of his humble servant. The true Lord and Master has become my Savior, hugging me close in his embrace. He has saved me. Nanak has become fearless, and he enjoys eternal peace, singing the glorious praises of the Lord. ਇਹ ਸੀ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ। ਅੱਜ ਦਾ ਹੁਕਮਨਾਮਾ ਜਿਹੜਾ ਸੀ ਸਾਨੂੰ ਸਤਿਗੁਰੂ ਜੀ ਨੇ ਰਾਗ ਧਨਾਸਰੀ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੁਕਮ ਦੇ ਰੂਪ ਦੇ ਵਿੱਚ ਬਖਸ਼ਿਆ, ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 675 ਅੰਗ ਤੇ ਸੁਸ਼ੋਭਿਤ ਹੈ। ਅੱਜ ਦਾ ਜਿਹੜਾ ਪ੍ਰੋਗਰਾਮ ਹੈ ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਹੈ। ਸ਼ਹੀਦਾਂ ਨੂੰ ਪ੍ਰਣਾਮ ਹੈ। ਇਹ ਜਿਹੜਾ ਹਫ਼ਤਾ ਹੈ 21 ਦਸੰਬਰ ਤੋਂ ਲੈ ਕੇ 27-28
ਦਸੰਬਰ ਤੱਕ ਇਹ ਸ਼ਹੀਦੀਆਂ ਦਾ ਹਫ਼ਤਾ ਹੈ, ਜਿਹਦੇ ਵਿੱਚ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਤਮਾਮ ਸਿੱਖ ਕਿਵੇਂ ਅਨੰਦਪੁਰ ਸਾਹਿਬ ਤੋਂ ਨਿਕਲਦੇ ਨੇ ਤੇ ਕਿਵੇਂ ਸਾਹਿਬਜ਼ਾਦਿਆਂ ਦੀਆਂ ਤੇ ਸਿੱਖਾਂ ਦੀਆਂ ਸ਼ਹੀਦੀਆਂ ਹੁੰਦੀਆਂ ਨੇ। ਇਹਦੇ ਬਾਰੇ ਇੱਕ ਜਾਂ ਦੋ ਲੇਖ ਅਸੀਂ ਆਪ ਜੀ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਾਂਝੇ ਕਰਾਂਗੇ। ਆਓ ਪਹਿਲਾਂ ਸ਼ਬਦ ਸਰਵਣ ਕਰਦੇ ਹਾਂ। ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸਾਨੂੰ ਅਗਾਊਂ ਹੀ ਦੱਸ ਦਿੱਤਾ ਸੀ ਕਿ ਜੇ ਪ੍ਰੇਮ ਦੇ ਵਿੱਚ ਖੇਲਣਾ ਹੈ ਤਾਂ ਸਿਰ ਤਲੀ ਤੇ ਰੱਖ ਕੇ ਆਉਣਾ ਪੈਣਾ ਹੈ। ਇਹ ਬਾਣੀ ਜਿਹੜੀ ਸੀ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਸ਼ਬਦ ਸੀ। ਕਈ ਵਾਰੀ ਸਾਨੂੰ ਹੈਰਾਨੀ ਵੀ ਹੁੰਦੀ ਹੈ ਕਿ ਇਹ ਸ਼ਬਦ ਲੱਗਦਾ ਵੇ ਹੈ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਹੋਵੇ, ਪਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਸ਼ਬਦ ਹੈ, ਜੋ ਤੋ ਪ੍ਰੇਮ ਖੇਲਨ ਕਾ ਚਾਓ। ਆਓ ਸਰਵਣ ਕਰਦੇ ਹਾਂ। ਤਲੀ ਗਲੀ ਮੇਰੀਆ ਜੋ ਤੋ ਪ੍ਰੇਮ ਖਿਲਨ ਕਾ ਚਾਓ ਸਿਰ ਪਰ ਤਲੀ ਗਲੀ ਮੇਰੀਆ ਸਿਰ ਪਰ ਤਲੀ ਗਲੀ ਜਾਤਾ ਪ੍ਰੇਮ ਖਿਲਨ ਕਾ ਚਾਓ ਸਿਰ ਪਰ ਤਲੀ ਗਲੀ ਮੇਰੀਆ ਸਿਰ ਪਰ ਤਲੀ ਗਲੀ ਮੇਰੀਆ। ਮਰਤਾ ਮਰਤਾ ਜਗ ਮੁਆ ਮਰ ਵੀ ਨਾ ਜਾਣਿਆ ਹੋਏ ਐਸੇ ਮਰਨੇ ਜੋ ਮਰੇ ਬਾਹਰ ਨਾ ਮਰਨਾ ਹੋਏ ਬਾਹਰ ਨਾ ਮਰਨਾ ਹੋਏ ਬਾਹਰ ਨਾ ਮਰਨਾ ਹੋਏ ਜਾਤਾ ਪ੍ਰੇਮ ਖਿਲਨ ਕਾ ਚਾਓ ਸਿਰ ਪਰ ਤਲੀ ਗਲੀ ਮੇਰੀਆ ਸਿਰ ਪਰ ਤਲੀ ਗਲੀ ਮੇਰੀਆ ਜਾਤਾ ਪ੍ਰੇਮ ਖਿਲਨ ਕਾ ਚਾਓ ਸਿਰ ਪਰ ਤਲੀ ਗਲੀ ਮੇਰੀਆ ਸਿਰ ਪਰ ਤਲੀ ਗਲੀ ਮੇਰੀਆ। ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ
ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨ ਕਾ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨ ਕਾ ਖੇਤ ਜਮਾਂਡਿਓ ਸੂਰਮਾ ਅਬ ਜੂਝਨ ਕੋਦਾ ਅਬ ਜੂਝਨ ਕੋਦਾ ਅਬ ਜੂਝਨ ਕੋਦਾ ਜਾਤਾ ਪ੍ਰੇਮ ਖਿਲਨ ਕਾ ਚਾਓ ਸਿਰ ਕਰ ਤਲੀ ਗਲੀ ਮੇਰੀ ਆਓ ਸਿਰ ਕਰ ਤਲੀ ਗਲੀ ਮੇਰੀ ਆਓ ਜਾਤਾ ਪ੍ਰੇਮ ਖਿਲਨ ਕਾ ਚਾਓ ਸਿਰ ਕਰ ਤਲੀ ਗਲੀ ਮੇਰੀ ਆਓ ਸਿਰ ਕਰ ਤਲੀ ਗਲੀ ਮੇਰੀ ਆਓ ਸੂਰਾ ਸੋ ਪਹਚਾਨੀਏ ਦੁਲਰੇ ਦੀਨ ਕੇਤ ਸੂਰਾ ਸੋ ਪਹਚਾਨੀਏ ਦੁਲਰੇ ਦੀਨ ਕੇਤ ਪੁਰਜਾ ਪੁਰਜਾ ਕਟ ਮਰੇ ਕਬਹੂ ਨਾ ਸਾਡੇ ਖੇਤ ਹਿਤ ਮਾਰਗ ਪੈਰ ਧਰੀ ਦੇ ਫਿਰ ਦੀਜੇ ਕਾਣ ਲਕੀਜੇ ਫਿਰ ਦੀਜੇ ਕਾਣ ਲਕੀਜੇ ਫਿਰ ਦੀਜੇ ਕਾਣ ਲਕੀਜੇ ਜਾਤਾ ਪ੍ਰੇਮ ਖਿਲਨ ਕਾ ਚਾਓ ਸਿਰ ਕਰ ਤਲੀ ਗਲੀ ਮੇਰੀ ਆਓ ਸਿਰ ਕਰ ਤਲੀ ਗਲੀ ਮੇਰੀ ਆਓ ਜਾਤਾ ਪ੍ਰੇਮ ਖਿਲਨ ਕਾ ਚਾਓ ਸਿਰ ਕਰ ਤਲੀ ਗਲੀ ਮੇਰੀ ਹਾਂਜੀ, ਆਪ ਜੀ ਸੁਣ ਰਹੇ ਹੋ ਕੋਹਿਨੂਰ ਰੇਡੀਓ 97.3 FM ਤੇ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਸਿੱਖ ਵਿਰਸਾ ਸਰਬਜੀਤ ਸਿੰਘ ਦੇ ਨਾਲ। ਆਓ ਪਹਿਲਾ ਜਿਹੜਾ ਲੇਖ ਹੈ ਉਹਦੇ ਵੱਲ ਚੱਲਦੇ ਹਾਂ। ਇਹ ਲੇਖ ਗੁਰਮਤਿ ਪ੍ਰਕਾਸ਼ ਦੇ ਦਸੰਬਰ 2009 ਅੰਕ ਦੇ ਵਿੱਚ ਜਿਹੜਾ ਹੈ ਪ੍ਰਕਾਸ਼ਿਤ ਹੋਇਆ ਸੀ, ਜਿਸ ਨੂੰ ਸ਼ਬਦ ਦਿੱਤੇ ਨੇ ਡਾਕਟਰ ਗੁਰਵਿੰਦਰ ਕੌਰ ਜੀ ਨੇ।
ਉਹਨਾਂ ਦਾ ਲੇਖ ਚਮਕੌਰ ਅਤੇ ਸਰਹੰਦ ਦੇ ਸ਼ਹੀਦੀ ਸਾਕਿਆਂ ਦੀ ਅਭੁੱਲ ਦਾਸਤਾਨ ਦੇ ਸ਼ੀਰਸ਼ਕ ਦੇ ਥੱਲੇ ਇਹ ਛਪਿਆ। ਅਸੀਂ ਚਮਕੌਰ ਸਾਹਿਬ ਦੇ ਸਾਕੇ ਦਾ ਵਾਕਿਆ ਜਿਹੜਾ ਹੈ ਇਸ ਲੇਖ ਦੇ ਵਿੱਚੋਂ ਆਪ ਜੀ ਦੇ ਨਾਲ ਸਾਂਝਾ ਕਰਾਂਗੇ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਲੇਖ ਗਿਆਨੀ ਸੋਹਣ ਸਿੰਘ ਜੀ ਸੀਤਲ ਉਹਨਾਂ ਦਾ ਲਿਖਿਆ ਹੋਇਆ ਉਹ ਆਪ ਜੀ ਦੇ ਨਾਲ ਅੱਗੇ ਚੱਲ ਕੇ ਸਾਂਝਾ ਕਰਾਂਗੇ। ਡਾਕਟਰ ਗੁਰਵਿੰਦਰ ਕੌਰ ਜੀ ਲਿਖਦੇ ਨੇ ਕਿ ਚਮਕੌਰ ਅਤੇ ਸਰਹੰਦ ਦੇ ਸ਼ਹੀਦੀ ਸਾਕਿਆਂ ਦੀ ਅਭੁੱਲ ਤੇ ਅਦੁੱਤੀ ਦਾਸਤਾਨ ਵਿਸ਼ਵ ਧਰਮਾਂ ਦੇ ਸੁਨਹਿਰੀ ਦੇ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਵਿੱਚ ਲਿਖੀ ਗਈ ਹੈ ਤੇ ਸਿੱਖਾਂ ਦੇ ਮਨਾਂ ਵਿੱਚ ਉਕਰੀ ਹੋਈ ਹੈ। ਸਾਕਿਆਂ ਦਾ ਸੰਬੰਧ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 4 ਲਾਲਾਂ ਦੀ ਲਾਸਾਨੀ ਸ਼ਹਾਦਤ ਦੇ ਨਾਲ ਹੈ, ਜਿਨ੍ਹਾਂ ਨੇ ਆਪਣੀਆਂ ਕੀਮਤੀ ਜਿੰਦਾਂ ਧਰਮ ਦੀ ਖਾਤਰ ਕੁਰਬਾਨ ਕੀਤੀਆਂ। ਕੁਰਬਾਨੀ ਦਾ ਮਤਲਬ ਹੈ ਕਿਸੇ ਵਿਅਕਤੀ ਦਾ ਕਿਸੇ ਉੱਚੇ ਆਦਰਸ਼ ਦੇ ਲਈ ਆਪਣੇ ਆਪ ਨੂੰ ਨਿਸ਼ਾਵਰ ਕਰ ਦੇਣਾ, ਅਤੇ ਸ਼ਹਾਦਤ ਜਿਹਨੂੰ ਕਿ ਮਾਰਟੀਡਮ ਕਹਿੰਦੇ ਨੇ ਦਾ ਅਰਥ ਹੁੰਦਾ ਹੈ ਅਨਿਆਂ, ਅਤਿਆਚਾਰ, ਜ਼ੁਲਮ ਤੇ ਝੂਠ ਦੇ ਵਿਰੁੱਧ ਗਵਾਹੀ। ਸਿੱਖ ਇਤਿਹਾਸ ਅਨੇਕਾਂ ਸਾਕਿਆਂ, ਕੁਰਬਾਨੀਆਂ ਤੇ ਸ਼ਹਾਦਤਾਂ ਦਾ ਮਾਣਮੱਤਾ ਤੇ ਵਿਲੱਖਣ ਇਤਿਹਾਸ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅਨੁਸਾਰ ਸਿੱਖੀ ਦੇ ਸਕੂਲ ਦੇ ਵਿੱਚ ਦਾਖਲ ਹੋਣ ਦੇ ਲਈ ਪਹਿਲੀ ਸ਼ਰਤ ਇਹ ਹੈ ਕਿ ਆਪਣਾ ਸਿਰ ਤਲੀ ਉੱਤੇ ਰੱਖ ਕੇ ਆਓ। ਸਤਿਗੁਰੂ ਜੀ ਫਰਮਾਉਂਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 1412 ਅੰਗ ਤੇ ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਅਰਥਾਤ ਸਿੱਖੀ ਧਾਰਨ ਕਰਨ ਵਾਲੇ ਦੇ ਵਿੱਚ ਹੋਰ ਗੁਣਾਂ ਦੇ ਨਾਲ ਸੂਰਬੀਰਤਾ ਦਾ ਗੁਣ ਹੋਣਾ ਵੀ ਲਾਜ਼ਮੀ ਹੈ ਤੇ ਗੁਰਬਾਣੀ ਦੇ ਵਿੱਚ ਸੂਰਬੀਰ ਦੀ ਵਿਸ਼ੇਸ਼ਤਾ ਇਹਨਾਂ ਤੁਕਾਂ ਦੇ ਵਿੱਚ ਉਜਾਗਰ ਹੁੰਦੀ ਹੈ। ਮਰਨ ਮੁਨਸਾ ਸੂਰਿਆਂ ਹੱਕ ਹੈ, ਜੋ ਹੋਏ ਮਰਨ ਪਰਵਾਨੋ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਗ 579 ਤੇ ਇਸੇ ਤਰ੍ਹਾਂ 1019 ਅੰਗ ਤੇ ਸਤਿਗੁਰੂ ਜੀ ਫਰਮਾਉਂਦੇ ਨੇ ਜੋ ਸੂਰਾ ਤਿਸ ਹੀ ਹੋਏ ਮਰਨਾ, ਜੋ ਭਾਗੈ ਤਿਸ ਜੋਨੀ ਫਿਰਨਾ। ਸਾਫ਼ ਹੈ ਕਿ ਜਿਹੜਾ ਇਸ ਗੱਲ ਤੋਂ ਭੱਜੇ ਉਹਨੇ ਜੂਨਾਂ ਦੇ ਚੱਕਰ ਦੇ ਵਿੱਚ ਪੈਣਾ ਹੈ ਤੇ ਸਤਿਗੁਰੂ ਜੀ 1105 ਅੰਗ ਤੇ ਸਾਨੂੰ ਇਹ ਵੀ ਉਪਦੇਸ਼ ਕਰਦੇ ਨੇ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਯੂਜਨ ਕੋ ਦਾਓ। ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬਹੂ ਨਾ ਛਾੜੈ ਖੇਤ। ਚਮਕੌਰ ਤੇ ਸਰਹਿੰਦ ਦੇ ਸ਼ਹੀਦੀ ਸਾਕਿਆਂ ਦੌਰਾਨ 4 ਸਾਹਿਬਜ਼ਾਦਿਆਂ ਨੇ ਉੱਚੇ ਆਦਰਸ਼ ਲਈ ਨਿਸ਼ਾਵਰ ਹੋ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਪੂਰਨੇ ਪਾਏ ਨੇ। ਇੱਕ ਵਿਦਵਾਨ ਅਨੁਸਾਰ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਅਣਚਾਹੀਆਂ ਮੌਤਾਂ ਨਹੀਂ ਸਨ, ਸਗੋਂ ਚੇਤਨ ਸਰੂਪ ਦੇ ਵਿੱਚ ਆਪ ਸਿਰਜੇ ਤੇ ਰੂਪਮਾਨ ਕੀਤੇ ਬਹਾਦਰੀ ਦੇ ਜੌਹਰ ਸਨ, ਜੋ ਕੌਮ ਤੇ ਦੇਸ਼ ਦਾ ਫਖਰ ਬਣੇ। ਇਹਨਾਂ ਅੰਦਰ ਗੁਰੂ ਪਿਤਾ, ਗੁਰੂ ਦਾਦਾ, ਗੁਰੂ ਬਿਰਸੇ ਤੋਂ ਪ੍ਰਾਪਤ ਨਾਮ ਰੰਗ ਦੀ ਸੂਰਮਗਤੀ ਸੀ। ਸਿੱਖ ਧਰਮ ਦੇ ਵਿੱਚ ਕੁਰਬਾਨੀਆਂ ਦਾ ਆਰੰਭ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਹੀ ਹੋ ਗਿਆ ਸੀ। ਗਿਆਨੀ ਪ੍ਰਤਾਪ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਲਿਖਦੇ ਨੇ ਸਿੱਖੀ ਦਾ ਕੁਰਬਾਨੀਆਂ ਦੇ ਨਾਲ ਤਿਆਰ ਕੀਤਾ ਹੋਇਆ ਜੋ ਸ਼ਾਨਦਾਰ ਮਹਿਲ ਹੈ, ਉਸ ਦਾ ਬੁਨਿਆਦੀ ਪੱਥਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਤਮ ਤਿਆਗ ਤੇ ਨਿਸ਼ਕਾਮ ਕੁਰਬਾਨੀ ਹੈ। ਦਿੱਲੀ ਵਿੱਚ ਜਾ ਕੇ ਸਿਕੰਦਰ ਲੋਧੀ ਦੀ ਜੇਲ੍ਹ ਦੇ ਵਿੱਚ ਕੈਦ ਕੱਟਣੀ, ਗਰੀਬਾਂ ਨੂੰ ਛਡਾਉਣਾ, ਰਹੇਲਖੰਡ ਦੇ ਵਿੱਚ ਗੁਲਾਮ ਬਣ ਕੇ ਵਿਕਣਾ ਤੇ ਗੁਲਾਮ ਹਿੰਦੁਸਤਾਨੀਆਂ ਦੇ ਬੰਧਨ ਕੱਟ ਦੇਣੇ, ਐਮਨਾਬਾਦ ਦੇ ਵਿੱਚ ਬਾਬਰ ਦੀ ਕੈਦ ਦੇ ਵਿੱਚ ਪੈਣਾ ਤੇ ਚੱਕੀ ਪੀਸਣੀ, ਫਿਰ ਜ਼ੁਲਮ ਅਤੇ ਜ਼ਬਰ ਤੋਂ ਗਰੀਬਾਂ, ਅਨਾਥਾਂ ਤੇ ਫਕੀਰਾਂ ਨੂੰ ਬਚਾਉਣਾ ਨਿਸ਼ਕਾਮ ਤੇ ਸ਼ਾਨਦਾਰ ਕੁਰਬਾਨੀ ਹੈ। ਇਤਿਹਾਸ ਗਵਾਹ ਹੈ ਕਿ
ਸ਼ਹੀਦਾਂ ਦੇ ਸਰਤਾਜ ਪੰਜਵੇਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਧਰਮ ਤੇ ਸੱਚ ਦੀ ਖਾਤਰ ਅਸਹਿ ਤੇ ਅਕਹਿ ਕਸ਼ਟ ਸਹਾਰਦਿਆਂ 30 ਮਈ 1606 ਈਸਵੀ ਨੂੰ ਲਾਹੌਰ ਵਿਖੇ ਸ਼ਹੀਦੀ ਦਿੱਤੀ। ਆਪ ਪਹਿਲੇ ਸਿੱਖ ਸ਼ਹੀਦ ਹੋਏ ਨੇ। ਫਿਰ ਹਿੰਦ ਦੀ ਚਾਦਰ 9ਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਧਰਮ ਹੇਤ ਸਾਕਾ ਕੀਤਾ ਤੇ ਸੀਸ ਦਿਆ ਪਰ ਸਿਰਰ ਨਾ ਦਿਆ ਦੀ ਉਦਾਹਰਨ ਪੇਸ਼ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਮਹਾਨ ਆਦਰਸ਼ ਕਾਇਮ ਕੀਤਾ। ਇਹਨਾਂ ਸ਼ਹੀਦੀਆਂ ਦਾ ਸਿੱਟਾ ਇਹ ਹੋਇਆ ਕਿ ਸਿੱਖਾਂ ਦੇ ਵਿੱਚ ਧਰਮ ਦੀ ਰੱਖਿਆ ਲਈ ਕੁਰਬਾਨੀਆਂ ਦੇਣ ਦੀ ਇੱਕ ਲੰਮੀ ਪਰੰਪਰਾ ਸ਼ੁਰੂ ਹੋ ਗਈ। ਹਰ ਰੋਜ਼ ਅਰਦਾਸ ਦੇ ਵਿੱਚ ਸ਼ਹੀਦਾਂ ਨੂੰ ਇਸ ਤਰ੍ਹਾਂ ਯਾਦ ਕੀਤਾ ਜਾਂਦਾ ਹੈ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਈ। ਇਹਨਾਂ ਮਹਾਨ ਸ਼ਹੀਦਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਿੱਤੇ ਸਿਧਾਂਤਾਂ ਦੀ ਵਿਆਖਿਆ ਆਪਣੇ ਜੀਵਨ ਦੇ ਵਿੱਚ ਅਮਲੀ ਤੌਰ ਤੇ ਪ੍ਰੈਕਟੀਕਲ ਕਰਕੇ ਸੱਚੇ ਸਿੱਖ ਹੋਣ ਦਾ ਸਬੂਤ ਦੇ ਕੇ ਜਿਹੜੀ ਹੈ ਦਿੱਤੀ ਹੈ। ਇਹ ਵਿਆਖਿਆ ਤੇ ਇਹ ਹਮੇਸ਼ਾ ਲਈ ਅਮਰ ਹੋ ਗਏ ਨੇ। ਬੇਸ਼ੱਕ ਚਮਕੌਰ ਤੇ ਸਰਹਿੰਦ ਦੇ ਸ਼ਹੀਦੀ ਸਾਕਿਆਂ ਨੂੰ ਹੋਇਆਂ 3 ਸਦੀਆਂ ਤੋਂ ਵੀ ਵੱਧ ਸਮਾਂ ਬੀਤ ਚੁੱਕਾ ਹੈ, ਪਰ ਸ਼ਹੀਦਾਂ ਦੀ ਪਵਿੱਤਰ ਯਾਦ ਦੇ ਵਿੱਚ ਇਹ ਸ਼ਹੀਦੀ ਜੋੜ ਮੇਲੇ ਹੁਣ ਤੱਕ ਲੱਖਾਂ ਸ਼ਰਧਾਲੂਆਂ ਦੁਆਰਾ ਹਰ ਸਾਲ ਦਸੰਬਰ ਦੇ ਆਖਰੀ ਹਫ਼ਤੇ ਪੂਰਨ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਏ ਜਾਂਦੇ ਨੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 2 ਵੱਡੇ ਸਪੁੱਤਰਾਂ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਦੀ ਸ਼ਹੀਦੀ 8 ਪੋਹ ਬਿਕਰਮੀ 1761 ਨੂੰ ਚਮਕੌਰ ਸਾਹਿਬ ਵਿਖੇ ਤੇ ਛੋਟੇ 2 ਸਪੁੱਤਰਾਂ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦੀ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ 13 ਪੋਹ ਬਿਕਰਮੀ 1761 ਨੂੰ ਫਤਿਹਗੜ੍ਹ ਸਾਹਿਬ ਵਿਖੇ ਹੋਈ ਸੀ। ਯਾਦ ਰਹੇ ਕਿ ਫਤਿਹਗੜ੍ਹ ਸਾਹਿਬ ਜਿਹੜਾ ਅੱਜ ਹੈ ਉਹਦਾ ਪੁਰਾਣਾ ਨਾਮ ਸਰਹਿੰਦ ਸੀ ਤੇ ਪੁਰਾਣੀ ਸਰਹਿੰਦ ਦਾ ਉੱਥੇ ਕੋਈ ਨਿਸ਼ਾਨ ਨਹੀਂ ਬਚਿਆ ਕਿਉਂਕਿ ਸਿੱਖਾਂ ਨੇ ਉਸ ਨੂੰ ਢਾਹ ਕੇ ਦੁਬਾਰਾ ਫਤਿਹਗੜ੍ਹ ਸਾਹਿਬ ਜਿਹੜਾ ਹੈ ਉਹ ਵਸਾਇਆ। ਸੰਗਤਾਂ ਇੰਨੀਆਂ ਲਹੂ ਭਿੱਜੀਆਂ ਯਾਦਗਾਰਾਂ ਨੂੰ ਪ੍ਰਣਾਮ ਕਰਨ ਦੇ ਲਈ ਅਦੁੱਤੀ ਸ਼ਹੀਦਾਂ ਨੂੰ ਅਕੀਦਤ ਦੇ ਫੁੱਲ ਭੇਟ ਕਰਨ ਦੇ ਲਈ ਅੱਤ ਦੀ ਸਰਦੀ ਦੇ ਵਿੱਚ ਵੀ ਕਾਫਲਿਆਂ ਦੇ ਰੂਪ ਦੇ ਵਿੱਚ ਚਮਕੌਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਪਹੁੰਚਦੀਆਂ ਨੇ। ਜਿਨ੍ਹਾਂ ਭਾਗਾਂ ਵਾਲਿਆਂ ਨੂੰ ਗੁਰੂ ਜੀ ਦੀ ਬਖਸ਼ਿਸ਼ ਸਦਕਾ ਇਹਨਾਂ ਪਾਵਨ ਮੌਕਿਆਂ ਤੇ ਪਵਿੱਤਰ ਸਥਾਨਾਂ ਦੀ ਯਾਤਰਾ ਦਾ ਸੁਭਾਗ ਪ੍ਰਾਪਤ ਹੋਇਆ ਹੈ, ਉਹਨਾਂ ਨੇ ਵੇਖਿਆ ਹੈ ਕਿ ਇੱਧਰ ਆਉਣ ਵਾਲੀਆਂ ਸਾਰੀਆਂ ਸੜਕਾਂ ਤੇ ਥਾਂ ਤੇ ਲੰਗਰ ਲੱਗੇ ਹੁੰਦੇ ਨੇ। ਗੁਰੂ ਪਿਆਰੇ ਸੇਵਾਦਾਰ ਹੱਥ ਜੋੜ ਕੇ ਸੰਗਤਾਂ ਨੂੰ ਰੋਕ ਕੇ ਲੰਗਰ ਛਕਣ ਦੀਆਂ ਬੇਨਤੀਆਂ ਕਰਦੇ ਨਜ਼ਰ ਆਉਂਦੇ ਨੇ। ਖਾਲਸਾ ਜੀ ਸ਼ਹੀਦਾਂ ਦੀਆਂ ਯਾਦਾਂ ਮਨਾਉਣ ਦਾ ਇਹ ਸਿਲਸਿਲਾ ਰਹਿੰਦੀ ਦੁਨੀਆ ਤੱਕ ਨਿਰੰਤਰ ਚੱਲਦਾ ਰਹੇਗਾ। ਕਿਸੇ ਸ਼ਾਇਰ ਨੇ ਲਿਖਿਆ ਹੈ, शहीदों की कत्लगाह से क्या बेहतर है काबा, शहीदों की खाक पे तो खुदा भी कुर्बान होता है। ਤੇ ਆਓ ਇੱਕ ਸ਼ਬਦ ਸਰਵਨ ਕਰਦੇ ਹਾਂ, ਉਸ ਤੋਂ ਬਾਅਦ ਜਿਹੜਾ ਹੈ ਇਸ ਲੇਖ ਨੂੰ ਅੱਗੇ ਵਧਾਵਾਂਗੇ। ਮਰਨ ਮੁਨਸਾ ਸੂਰਿਆਂ ਹੱਕ ਹੈ, ਮਰਨ ਮੁਨਸਾ ਸੂਰਿਆਂ ਹੱਕ ਹੈ, ਮਰਨ ਮੁਨਸਾ ਸੂਰਿਆਂ ਹੱਕ ਹੈ, ਮਰਨ ਮੁਨਸਾ ਸੂਰਿਆਂ ਹੱਕ ਹੈ। ਜੋ ਹੋਏ ਮਰੇ ਪਰਵਾਣੋ, ਜੋ ਹੋਏ ਮਰੇ ਪਰਵਾਣ, ਜੋ ਹੋਏ ਮਰੇ ਪਰਵਾਣੋ, ਜੋ ਹੋਏ ਮਰੇ ਪਰਵਾਣੋ, ਮਰਨ ਮੁਨਸਾ ਸੂਰਿਆਂ ਹੱਕ ਹੈ, ਮਰਨ ਮੁਨਸਾ
ਮਰਨ ਮੁਰਸਾ ਸੂਰਿਆ ਹੱਥ ਹੈ ਮਰਨ ਮੁਰਸਾ ਸੂਰਿਆ ਹੱਥ ਹੈ ਜੋ ਹੋਏ ਮਰਨ ਪਰਵਾਣੂ ਜੋ ਹੋਏ ਮਰਨ ਪਰਵਾਣੂ ਸੂਰੇ ਸੇ ਆਗੇ ਆਕੀਏ सूर्य से आगे आकिए कर के पावे साची मान कर के पावे साची मानो मरण मुनसा सूर्या हत है मरण मुनसा सूर्या हक है जो होए मरे परवाणो जो होए मरे परवान जो होए मरे परवाणो जो होए मरे परवाणो मरण मुनसा सूर्या हक है मरण मुनसा सूर्या हक है दर के मान पावे पत स्यो जावे दर के मान पावे पत स्यो जावे आगे दुख न लागे आगे दुख न लागे ਕਰ ਕਿਤੇ ਆਵੇ ਤਾਂ ਫਲ ਪਾਵੇ ਕਰ ਕਿਤੇ ਆਵੇ ਤਾਂ ਫਲ ਪਾਵੇ ਜਿਤ ਸੇਵੇ ਭਉ ਪਾਗੇ ਜਿਤ ਸੇਵੇ ਭਉ ਪਾਗੇ ਮਰਨ ਮੁਨਸਾ ਸੂਰਿਆ ਹੱਥ ਹੈ ਮਰਨ ਮੁਨਸਾ ਸੂਰਿਆ ਹੱਥ ਹੈ ਜੋ ਹੋਏ ਮਰੇ ਪਰਵਾਣੋ ਜੋ ਹੋਏ ਮਰੇ ਪਰਵਾਨ ਜੋ ਹੋਏ ਮਰੇ ਪਰਵਾਣੋ ਜੋ ਹੋਏ ਮਰੇ ਪਰਵਾਣੋ ਮਰਨ ਮੁਨਸਾ ਸੂਰਿਆ ਹੱਥ ਹੈ ਮਰਨ ਮੁਨਸਾ ਸੂਰਿਆ ਹੱਥ ਹੈ ऊंचा नहीं कहना मन में रहना ऊंचा नहीं कहना मन में रहना आपे जाने जानो आपे जाने जानो
सा सूर्या हक है मरण मुड़ सा सूर्या हक है जो होए मरे परवानो जो होए मरे परवानो मरण मुनसा सूर्या हक है मरण मुनसा सूर्या हक है जो होए मरे परवानो जो होए मरे परवानो जो होए मरे परवानो जो होए मरे परवानो मरण मुनसा सूर्या हक है मरण मुनसा सूर्या हक है मरण मुनसा सूर्या हक है ਹਾਂਜੀ, ਇਹ ਸਨ ਭਾਈ ਸਤਿੰਦਰਬੀਰ ਸਿੰਘ ਜੀ ਤੇ ਉਹਨਾਂ ਦਾ ਜਥਾ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਹੈ। ਤੇ ਆਓ ਚੱਲਦੇ ਹਾਂ, ਜਿਹੜਾ ਲੇਖ ਅਸੀਂ ਆਪ ਜੀ ਦੇ ਨਾਲ ਸਾਂਝਾ ਕਰ ਰਹੇ ਸੀ, ਡਾਕਟਰ ਗੁਰਵਿੰਦਰ ਕੌਰ ਜੀ ਦੇ ਨਾਲ ਲਿਖਿਆ ਹੋਇਆ, ਉਸ ਨੂੰ ਅੱਗੇ ਵਧਾਉਂਦੇ ਹਾਂ। ਅੱਗੇ ਸ਼ਹੀਦੀ ਸਾਕਿਆਂ ਦੇ ਪਿਛੋਕੜ ਦੇ ਬਾਰੇ ਸਾਨੂੰ ਜਾਣਕਾਰੀ ਦਿੰਦੇ ਨੇ। ਕਹਿੰਦੇ ਨੇ ਕਿ ਚਮਕੌਰ ਤੇ ਸਰਹੰਦ ਦੇ ਸ਼ਹੀਦੀ ਸਾਕਿਆਂ ਸੰਬੰਧੀ ਵਿਚਾਰ ਕਰਨ ਤੋਂ ਪਹਿਲਾਂ ਇਹਨਾਂ ਦਾ ਪਿਛੋਕੜ ਜਾਣਨਾ ਜ਼ਰੂਰੀ ਹੈ। ਜਦੋਂ ਇਤਿਹਾਸਕ ਤੱਥਾਂ ਨੂੰ ਡੂੰਘਾਈ ਦੇ ਨਾਲ ਵਿਚਾਰਦੇ ਹਾਂ ਤਾਂ ਸ਼ਹਾਦਤ ਦਾ ਪਿਛੋਕੜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੁਆਰਾ ਖਾਲਸਾ ਪੰਥ ਦੀ ਸਾਜਨਾ ਦੇ ਨਾਲ ਜੁੜਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਆਰੰਭੇ ਕਾਰਜ ਨੂੰ ਸੰਪੂਰਨਤਾ ਬਖਸ਼ਣ ਦੇ ਲਈ ਗੁਰੂ ਜੀ ਨੇ ਸੰਮਤ 1756 1699 ਈਸਵੀ ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਵਿਖੇ ਵਿਸ਼ਾਲ ਇਕੱਠ ਕਰਕੇ 5 ਪਿਆਰਿਆਂ ਦੀ ਚੋਣ ਕੀਤੀ ਤੇ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ। ਫਿਰ ਆਪ ਉਹਨਾਂ ਤੋਂ ਅੰਮ੍ਰਿਤ ਛਕ ਕੇ ਸਤਿਗੁਰੂ ਜੀ ਆਪ ਗੁਰਚੇਲਾ ਦੀ ਸਤਿਗੁਰੂ ਜੀ ਨੇ ਮਰਜ਼ਾਦਾ ਚਲਾਈ। ਗੁਰੂ ਜੀ ਦੇ ਦੋਹਾਂ ਵੱਡੇ ਸਪੁੱਤਰਾਂ ਨੇ ਵੀ ਅੰਮ੍ਰਿਤ ਪਾਨ ਕੀਤਾ ਤੇ ਤਿਆਰ ਬਰ ਤਿਆਰ ਸਿੰਘ ਸਜੇ। ਸਾਰੀਆਂ ਜਾਤਾਂ ਦੇ ਸਿੱਖਾਂ ਨੂੰ ਇੱਕੋ ਹੀ ਬਾਟੇ ਦੇ ਵਿੱਚੋਂ ਅੰਮ੍ਰਿਤ ਛਕਾ ਕੇ ਊਚ ਨੀਚ ਦਾ ਭੇਦ ਭਾਵ ਮਿਟਾ ਦਿੱਤਾ ਗਿਆ ਤੇ ਸਾਰਿਆਂ ਨੂੰ ਸ਼ਸਤਰਧਾਰੀ ਬਣਾ ਦਿੱਤਾ ਗਿਆ। ਇੱਕ ਅਕਾਲ ਪੁਰਖ ਦੀ ਉਪਾਸਨਾ ਕਰਨ ਤੇ ਵਹਿਮਾਂ ਭਰਮਾਂ ਦਾ ਤਿਆਗ ਕਰਨ ਦਾ ਹੁਕਮ ਕੀਤਾ ਗਿਆ। ਪਰ ਇਹ ਸਭ ਕੁਝ ਅਖੌਤੀ ਉੱਚੀਆਂ ਜਾਤਾਂ ਵਾਲੇ ਪੰਡਤਾਂ, ਬ੍ਰਾਹਮਣਾਂ, ਖੱਤਰੀਆਂ ਤੇ ਰਾਜਪੂਤਾਂ ਨੂੰ ਇੱਕ ਅੱਖ ਨਾ ਪਾਇਆ। ਪਹਾੜੀ ਰਾਜੇ ਵੀ ਗੁਰੂ ਜੀ ਦੀ ਵੱਧਦੀ ਹੋਈ ਤਾਕਤ ਤੋਂ ਭੈਭੀਤ ਹੋ ਗਏ। ਉਹਨਾਂ ਨੇ ਗੁਰੂ ਜੀ ਦੀ ਚਲਾਈ ਲਹਿਰ ਨੂੰ ਆਪਣੇ ਰਾਜ ਭਾਗ ਤੇ ਧਰਮ ਦੇ ਲਈ ਬਹੁਤ ਖਤਰਨਾਕ ਸਮਝਿਆ ਅਤੇ ਅੰਦਰ ਖਾਤੇ ਗੁਰੂ ਜੀ ਨੂੰ ਖਤਮ ਕਰਨ ਦੀਆਂ ਯੋਜਨਾਵਾਂ ਬਣਾਉਣ ਲੱਗੇ। ਉਹਨਾਂ ਨੂੰ ਪਤਾ ਸੀ ਕਿ ਪਹਾੜੀ ਫੌਜਾਂ ਗੁਰੂ ਜੀ ਤੇ ਬਹਾਦਰ ਸਿੰਘਾਂ ਦਾ ਮੁਕਾਬਲਾ ਨਹੀਂ ਕਰ ਸਕਦੀਆਂ। ਇਸ ਲਈ ਫੈਸਲਾ ਕੀਤਾ ਕਿ ਸਰਹੰਦ ਦੇ ਨਵਾਬ ਰਾਹੀਂ ਸ਼ਾਹੀ ਫੌਜ ਦੀ ਸਹਾਇਤਾ ਪ੍ਰਾਪਤ ਕੀਤੀ ਜਾਵੇ। ਨਵਾਬ ਵਜ਼ੀਰ ਖਾਨ ਨੂੰ ਚਿੱਠੀ ਲਿਖੀ ਗਈ ਤੇ ਬੇਨਤੀ ਕੀਤੀ ਕਿ ਗੁਰੂ ਗੋਬਿੰਦ ਸਿੰਘ ਮੁਗਲ ਸਰਕਾਰ ਤੇ ਤੁਹਾਡੇ ਲਈ ਵੀ ਖਤਰਾ ਹੈ, ਤਾਂ ਇਸ ਖਤਰੇ ਦਾ ਮੁਕਾਬਲਾ ਰਲ ਕੇ ਕਰਨ ਦੇ ਲਈ ਫੌਜ ਭੇਜੀ ਜਾਵੇ। ਨਵਾਬ ਨੇ ਪੈਂਦੇ ਖਾਂ ਤੇ ਦੀਨਾ ਵੇਗ ਦੀ ਕਮਾਨ ਹੇਠ ਫੌਜ ਭੇਜ ਦਿੱਤੀ, ਜਿਸ ਨੇ 22 ਧਰ ਦੇ ਰਾਜਿਆਂ ਦੀ ਫੌਜ ਦੇ ਨਾਲ ਮਿਲ ਕੇ ਗੁਰੂ ਜੀ ਤੇ ਹਮਲਾ ਕਰ ਦਿੱਤਾ। ਲੜਾਈ ਦੇ ਵਿੱਚ ਪੈਂਦੇ ਖਾਂ ਗੁਰੂ ਜੀ ਦੇ ਹੱਥੋਂ ਮਾਰਿਆ ਗਿਆ। ਦੀਨਾ ਵੇਗ ਵੀ ਸਖਤ ਫੱਟੜ ਹੋ ਗਿਆ ਤੇ ਸ਼ਾਹੀ ਫੌਜ ਤਿੱਤਰ ਹੋ ਗਈ। ਆਨੰਦਪੁਰ ਸਾਹਿਬ ਦੀ ਇਹ ਪਹਿਲੀ ਲੜਾਈ 1700 ਈਸਵੀ ਦੇ ਵਿੱਚ ਹੋਈ ਤੇ ਇਸ ਨੇ ਪ੍ਰਗਟ ਕਰ ਦਿੱਤਾ ਕਿ ਖਾਲਸਾ ਸਾਜਣ ਨੂੰ ਪਹਾੜੀ ਰਾਜੇ ਆਪਣੇ ਵਿਰੁੱਧ ਸਮਝਦੇ ਹਨ
ਤੇ ਹੁਣ ਉਹ ਹਰ ਹੀਲਾ ਕਰਨਗੇ ਕਿ ਗੁਰੂ ਜੀ ਨੂੰ ਨੀਵਾਂ ਦਿਖਾਇਆ ਜਾਵੇ। ਇਹ ਜੰਗ ਆਉਣ ਵਾਲੀਆਂ ਲੜਾਈਆਂ ਦਾ ਮੁੱਢ ਸੀ। ਇਤਿਹਾਸ ਦੇ ਵਿੱਚ ਇਸ ਤੋਂ ਬਾਅਦ ਆਨੰਦਪੁਰ ਸਾਹਿਬ ਦੀਆਂ ਹੋਰ 3 ਲੜਾਈਆਂ ਦਾ ਜ਼ਿਕਰ ਆਉਂਦਾ ਹੈ, ਜਿਨ੍ਹਾਂ ਦੇ ਵਿੱਚ ਗੁਰੂ ਸਾਹਿਬ ਤੇ ਸਿੰਘ ਜੇਤੂ ਰਹੇ। ਜੰਗ ਦੇ ਵਿੱਚ ਸਿੱਧੀ ਹਾਰ ਹੁੰਦੀ ਵੇਖ ਕੇ ਰਾਜਾ ਭੀਮ ਚੰਦ ਨੇ ਹੋਰ ਪਹਾੜੀ ਰਾਜਿਆਂ ਦੇ ਨਾਲ ਸਲਾਹ ਬਣਾਈ ਕਿ ਬਹੁਤ ਸਾਰੀ ਫੌਜ ਇਕੱਠੀ ਕਰਕੇ ਆਨੰਦਪੁਰ ਸਾਹਿਬ ਦੇ ਦੁਆਲੇ ਘੇਰਾ ਪਾ ਲਿਆ ਜਾਵੇ, ਤਾਂ ਕਿ ਅੰਦਰ ਰਾਸਤ ਪਾਣੀ ਜਾਣੋਂ ਬੰਦ ਕਰਕੇ ਗੁਰੂ ਜੀ ਨੂੰ ਹਾਰ ਮੰਨਣ ਲਈ ਮਜਬੂਰ ਕੀਤਾ ਜਾ ਸਕੇ। ਇਸ ਮੰਤਵ ਦੀ ਪੂਰਤੀ ਲਈ ਹੋਰ ਪਹਾੜੀ ਰਾਜਿਆਂ ਦੇ ਨਾਲ ਲਾਹੌਰ ਤੇ ਸਰਹਿੰਦ ਦੀ ਫੌਜ, ਮੁਸਲਮਾਨ ਰੰਗੜ ਤੇ ਗੁੱਜਰ ਵੀ ਸ਼ਾਮਲ ਹੋਏ। ਕਵੀ ਸੈਨਾਪਤ ਨੇ ਲਿਖਿਆ ਹੈ, ਗੁੱਜਰ ਰੰਗੜ ਬਹੁਤ ਅਪਾਰ, ਵੱਡੇ ਵੱਡੇ ਜੋਧਾ ਅਸਵਾਰ, ਸੀ ਰੰਦ ਵਾਲੇ ਹੈ ਹਮਰਾਹੀ, ਗੜ ਲਾਹੌਰ ਤੋਂ ਫੌਜ ਮੰਗਾਈ। ਬਹੁਤ ਫੌਜ ਕਰ ਇਕੱਠੀ, ਜੰਮੂ ਸੰਗ ਮਿਲਾਏ, ਸਭ ਰਾਜਾ ਦਲ ਜੋਰ ਕੈ, ਫੇਰ ਪਹੁੰਚੇ ਆਏ। ਰਾਜਾ ਭੀਮ ਚੰਦ ਨੇ ਗੁਰੂ ਜੀ ਨੂੰ ਇੱਕ ਲੰਮੀ ਚਿੱਠੀ ਲਿਖ ਕੇ ਕਿਹਾ, ਜਾਂ ਤਾਂ ਮੇਰੀ ਰਿਆਸਤ ਦੇ ਵਿੱਚੋਂ ਨਿਕਲ ਜਾਓ, ਨਹੀਂ ਤਾਂ ਮੇਰੀ ਰਈਅਤ ਬਣ ਕੇ ਅਧੀਨ ਹੋ ਕੇ ਟਕੇ ਭਰੋ। ਪਰ ਗੁਰੂ ਜੀ ਨੇ ਦੋਵੇਂ ਗੱਲਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਆਨੰਦਪੁਰ ਨੂੰ ਘੇਰਾ ਪਾ ਲਿਆ ਗਿਆ। ਕਿਲੇ ਦਾ ਦਰਵਾਜ਼ਾ ਤੋੜਨ ਲਈ ਮਸਤ ਸ਼ਰਾਬੀ ਹਾਥੀ ਨੂੰ ਅੱਗੇ ਭੇਜਿਆ ਗਿਆ, ਪਰ ਜਦੋਂ ਭਾਈ ਬਚਿੱਤਰ ਸਿੰਘ ਜੀ ਨੇ ਪੂਰੇ ਜ਼ੋਰ ਦੇ ਨਾਲ ਨਾਗਣੀ ਵਰਸ਼ਾ ਉਸ ਦੇ ਮੱਥੇ ਦੇ ਵਿੱਚ ਮਾਰਿਆ ਤੇ ਉਹ ਚੀਕਾਂ ਮਾਰਦਾ ਹੋਇਆ ਆਪਣੀਆਂ ਫੌਜਾਂ ਨੂੰ ਮਿੱਧਦਾ ਹੋਇਆ ਭੱਜ ਗਿਆ। ਸਾਰੀ ਫੌਜ ਨੂੰ ਭਾਜੜਾਂ ਪੈ ਗਈਆਂ। ਹੁਣ ਪਹਾੜੀ ਰਾਜਿਆਂ ਨੇ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਗੁਰੂ ਜੀ ਦੇ ਵਿਰੁੱਧ ਪ੍ਰੇਰਿਆ ਤੇ ਮਦਦ ਦੇ ਲਈ ਸ਼ਾਹੀ ਫੌਜਾਂ ਦੀ ਸਹਾਇਤਾ ਲਈ ਅਰਜ਼ੋਈ ਕੀਤੀ। ਔਰੰਗਜ਼ੇਬ ਨੇ ਸੂਬਾ ਲਾਹੌਰ ਤੇ ਸੂਬਾ ਸਰਹੰਦ ਨੂੰ ਹੁਕਮ ਭੇਜਿਆ ਕਿ ਪਹਾੜੀ ਰਾਜਿਆਂ ਦੇ ਨਾਲ ਹੋ ਕੇ ਗੁਰੂ ਜੀ ਉੱਪਰ ਤੁਰੰਤ ਹਮਲਾ ਕੀਤਾ ਜਾਵੇ ਤੇ ਹਰਾਏ ਬਗੈਰ ਜੰਗ ਬੰਦ ਨਾ ਕੀਤੀ ਜਾਵੇ। ਇਸ ਹੁਕਮ ਅਨੁਸਾਰ ਭਾਰੀ ਫੌਜ ਨੇ ਆਨੰਦਪੁਰ ਸਾਹਿਬ ਤੇ ਚੜ੍ਹਾਈ ਕਰ ਦਿੱਤੀ। ਇੱਕ ਪਾਸੇ ਲੱਖਾਂ ਦੀ ਫੌਜ ਤੇ ਮੁਲਖਈਆ ਸੀ, ਦੂਜੇ ਪਾਸੇ ਸਿੱਖ ਫੌਜ ਦੀ ਗਿਣਤੀ ਬਹੁਤ ਘੱਟ ਸੀ। ਖਾਲਸਾ ਫੌਜ ਨੇ ਬੇਮਿਸਾਲ ਵੀਰਤਾ ਤੇ ਦ੍ਰਿੜਤਾ ਦੇ ਨਾਲ ਡਟ ਕੇ ਮੁਕਾਬਲਾ ਕੀਤਾ। ਆਨੰਦਪੁਰ ਸਾਹਿਬ ਵਿੱਚ ਹੋਈਆਂ ਲੜਾਈਆਂ ਦੇ ਵਿੱਚ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਵੀ ਬਹਾਦਰੀ ਦੇ ਕਈ ਜੋਰ ਦਿਖਾਏ। ਲਗਭਗ ਕਈ ਮਹੀਨੇ ਜੰਗ ਜਾਰੀ ਰਿਹਾ, ਪਰ ਹਾਰ ਜਿੱਤ ਦਾ ਫੈਸਲਾ ਨਾ ਹੁੰਦਾ ਵੇਖ ਕੇ ਰਾਜਿਆਂ ਤੇ ਮੁਗਲ ਫੌਜਾਂ ਦੇ ਜਰਨੈਲਾਂ ਨੇ ਗੁਰੂ ਜੀ ਨੂੰ ਕਿਲੇ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਇੱਕ ਹੋਰ ਚਾਲ ਚੱਲੀ। ਇੱਕ ਬ੍ਰਾਹਮਣ ਤੇ ਇੱਕ ਮੌਲਵੀ ਨੂੰ ਜਾਮਨ ਬਣਾ ਕੇ ਭੇਜਿਆ, ਜਿਨ੍ਹਾਂ ਨੇ ਗੀਤਾ ਤੇ ਕੁਰਾਨ ਦੀ ਸਹੁੰ ਚੁੱਕ ਕੇ ਕਿਹਾ ਕਿ ਜੇ ਗੁਰੂ ਜੀ ਕਿਲਾ ਛੱਡ ਕੇ ਚਲੇ ਜਾਣ ਤਾਂ ਰਾਸਤੇ ਵਿੱਚ ਉਹਨਾਂ ਨੂੰ ਕੋਈ ਰੁਕਾਵਟ ਨਹੀਂ ਪਾਈ ਜਾਵੇਗੀ, ਉਹ ਜਿੱਥੇ ਚਾਹੁਣ ਚਲੇ ਜਾਣ। ਗੁਰੂ ਜੀ ਉਹਨਾਂ ਦੀ ਮਾੜੀ ਨੀਅਤ ਨੂੰ ਜਾਣਦੇ ਸਨ, ਇਸ ਲਈ ਪਰਖਣ ਦੇ ਲਈ ਕੁਝ ਗੱਡੇ ਕੂੜ ਕਵਾੜ ਨਾਲ ਭਰ ਕੇ ਉੱਪਰ ਰੇਸ਼ਮੀ ਚਾਦਰਾਂ ਪਾ ਕੇ ਤੋੜ ਦਿੱਤੇ ਗਏ। ਲਾਲਚੀ ਮੁਗਲ ਫੌਜੀਆਂ ਨੇ ਸਮਝਿਆ ਕਿ ਖਜ਼ਾਨਾ ਜਾ ਰਿਹਾ ਹੈ, ਸੋ ਟੁੱਟ ਕੇ ਪੈ ਗਏ, ਪਰ ਸ਼ਰਮਿੰਦਗੀ ਦਾ ਮੂੰਹ ਵੇਖਣਾ ਪਿਆ। ਇਸ ਨਾਲ ਉਹਨਾਂ ਦੀਆਂ ਝੂਠੀਆਂ ਕਸਮਾਂ ਦੀ ਪੋਲ ਵੀ ਖੁੱਲ ਗਈ। ਕੁਝ ਦਿਨ ਪਿੱਛੋਂ ਇਸ ਭੁੱਲ ਲਈ ਮਾਫ਼ੀਨਾਮਾ ਭੇਜਿਆ ਗਿਆ ਤੇ ਫਿਰ ਕਿਲਾ ਖਾਲੀ ਕਰਨ ਦੀ ਬੇਨਤੀ ਕੀਤੀ ਗਈ। ਗਊ ਤੇ ਕੁਰਾਨ ਦੀ ਕਸਮ ਖਾ ਕੇ ਕਿਹਾ ਗਿਆ, ਤੁਸੀਂ ਇੱਕ ਵਾਰ ਕਿਲਾ ਛੱਡ ਜਾਓ, ਤੁਹਾਡੇ ਇਸ ਤਰ੍ਹਾਂ ਕਰਨ ਦੇ ਨਾਲ ਸਾਡੀ ਇੱਜ਼ਤ ਬਣੀ ਰਹੇਗੀ। ਤੁਸੀਂ ਅਮਨ ਅਮਾਨ ਦੇ ਨਾਲ ਚਲੇ ਜਾਇਓ, ਅਸੀਂ ਆਪਣੀਆਂ ਫੌਜਾਂ ਵਾਪਸ ਲੈ ਕੇ ਚਲੇ ਜਾਵਾਂਗੇ, ਫੇਰ ਤੁਸੀਂ ਬੇਸ਼ੱਕ ਵਾਪਸ ਆ ਜਾਣਾ। ਗੁਰੂ ਜੀ ਨੇ ਸਿੱਖ ਕਈ ਮਹੀਨਿਆਂ ਤੋਂ ਭੁੱਖ ਤੇ ਖੇਚਲ ਦੇ ਨਾਲ ਥੱਕੇ ਪਏ ਸਨ। ਇਤਿਹਾਸਕ ਤੱਥ ਹੈ ਕਿ ਕੁਝ ਸਿੰਘ ਭੁੱਖ ਤੋਂ ਆਤਰ ਹੋ ਕੇ ਬੇਦਾਵਾ ਦੇ ਕੇ ਵੀ ਚਲੇ ਗਏ ਸਨ ਤੇ ਬਾਅਦ ਵਿੱਚ ਮੁਕਤਸਰ ਦੀ ਜੰਗ ਦੇ ਵਿੱਚ ਸ਼ਹੀਦ ਹੋ ਕੇ 40 ਮੁਕਤੇ ਕਹਾਏ। ਸਿੱਖਾਂ ਨੇ ਮਾਤਾ ਗੁਜਰੀ ਜੀ ਨੂੰ ਵੀ ਵਿੱਚ ਪਾ ਕੇ ਗੁਰੂ ਜੀ ਨੂੰ ਕਿਲਾ ਛੱਡਣ ਦੇ ਲਈ ਮਨਾ ਲਿਆ। ਮਾਤਾ ਜੀ ਤੇ ਸਿੱਖਾਂ ਦੇ ਬਾਰ-ਬਾਰ ਕਹਿਣ ਤੇ 6 ਪੋਹ ਸੰਮਤ 1761
ਤੇ 1704 ਈਸਵੀ ਦੀ ਠੰਡੀ ਰਾਤ ਨੂੰ ਪਰਿਵਾਰ ਤੇ ਸਿੱਖਾਂ ਸਮੇਤ ਸਤਿਗੁਰੂ ਜੀ ਨੇ ਕਿਲ੍ਹਾ ਖਾਲੀ ਕਰ ਦਿੱਤਾ। ਤੇ ਆਓ ਇੱਕ ਹੋਰ ਸ਼ਬਦ ਸਰਵਣ ਕਰਦੇ ਹਾਂ ਤੇ ਉਸ ਤੋਂ ਬਾਅਦ ਜਿਹੜਾ ਹੈ ਇਸ ਲੇਖ ਨੂੰ ਅੱਗੇ ਵਧਾਵਾਂਗੇ। ਪੁਰਜਾ ਕੱਟ ਮਰੈ ਪੁਰਜਾ ਕੱਟ ਮਰੈ ਕਬਹੁ ਨ ਛਾੜੈ ਖੇਤ ਕਬਹੁ ਨ ਛਾੜੈ ਖੇਤ ਕਬਹੁ ਨ ਛਾੜੈ ਖੇਤ ਜੋ ਲਰੈ ਦੀਨ ਕੇ ਹੇਤ 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 ਸੂਰਸੁ ਪਹਿਚਾਨੀਐ ਸੂਰਸੁ ਪਹਿਚਾਨੀਐ ਸੂਰਸੁ ਪਹਿਚਾਨੀਐ ਸੂਰਸੁ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ 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 ਗਗਨ ਤਮਾਮ ਬਾਜਿਓ ਗਗਨ ਤਮਾਮ ਬਾਜਿਓ ਪਰਿਓ ਨਿਸ਼ਾਨ ਕਾਓ ਪਰਿਓ ਨਿਸ਼ਾਨ ਕਾਓ ਖੇਤ ਜੋ ਮਾਂਡਿਓ ਸੂਰਮਾ ਖੇਤ ਜੋ ਮਾਂਡਿਓ ਸੂਰਮਾ ਅਬ ਜੂਝਨ ਕਉ ਦਾਓ ਅਬ ਜੂਝਨ ਕਉ ਦਾਓ ਅਬ ਜੂਝਨ ਕਉ ਦਾਓ ਜੋ ਲਰੈ ਦੀਨ ਕੇ ਹੇਤ ਜੋ ਲਰੈ ਦੀਨ ਕੇ ਹੇਤ ਜੋ ਲਰੈ ਦੀਨ ਕੇ ਹੇਤ ਜੋ ਲਰੈ ਦੀਨ ਕੇ ਹੇਤ
हे रब हे ससुहे करना निज मेरी अबै बिनती सुन लीजै मेरी अबै बिनती सुन लीजै और न मांगत हूँ तुम ते कछ चाहत हूँ चित में सोई कीजै चाहत हूँ चित में सोई कीजै सत्सु अत ही रणवीर जूझ मरो तो साठ पति जय जूझ मरो तो साठ पति जय संत सहाय सदा जग माय कृपा कर श्याम यह बर दीजै कृपा कर श्याम यह बर दीजै पुरजा कट मरै पुरजा कट मरै कबहु न छाड़ खेत कबहु न छाड़ खेत देह शिवा बर मोहि ऐ शुभ कर्मन ते कबहु न टरो शुभ कर्मन ते कबहु न टरो ना डरो अर सो जब जाए लरो निश्चय कर अपनी जीत करो निश्चय कर अपनी जीत करो और सिखो अपने ही मन को ए लालच हाँ गुण तो उतरो ए लालच हाँ गुण तो उतरो जब आव किया उदन दान बने अत ही रण में तब जूझ मरो अत ही रण में तब जूझ मरो पुरजा कट मरै पुरजा कट मरै कबहु न छाड़ खेत कबहु न छाड़ खेत अस्कर पान खंड खड़ग तुपक तबर हर तीर तुपक तबर हर तीर सैफ सरोही साथी जय हमारे पीर जय हमारे पीर तीर तू ही साथी तू ही तबर तलवार तू ही तबर तलवार नाम तिहारो जो जपे नाम तिहारो जो जपे पै सिंध भव पार पै सिंध भव पार काल तू ही काली तू ही काल तू ही काली तू ही देख हर तीर तू ही देख हर तीर तू ही निशानी जीत की तू ही निशानी जीत की आज तू ही जगबीर आज तू ही जगबीर पुरजा कट मरै पुरजा कट मरै कबहु न छाड़ खेत कबहु न छाड़ खेत कबहु न छाड़ खेत झोलर दीन के हेत झोलर दीन के हेत झोलर दीन के हेत झोलर दीन के हेत सूरसो पहचानिए सूरसो पहचानिए झोलर दीन के 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 ਇਸ ਸ਼ਬਦ ਤੋਂ ਪਹਿਲਾਂ ਅਸੀਂ ਆਪ ਜੀ ਦੇ ਨਾਲ ਸਾਂਝਾ ਕਰ ਰਹੇ ਸੀ ਡਾਕਟਰ ਗੁਰਵਿੰਦਰ ਕੌਰ ਜੀ ਦਾ ਲਿਖਿਆ ਹੋਇਆ ਲੇਖ ਤੇ ਇੱਥੇ ਤੱਕ ਅਸੀਂ ਪਹੁੰਚੇ ਸੀ ਕਿ ਅਨੰਦਪੁਰ ਸਾਹਿਬ ਜਿਹੜਾ ਹੈ ਸਤਿਗੁਰੂ ਜੀ ਨੇ 6 ਪੋਹ ਸੰਮਤ 1761 ਜਾਂ 20 ਦਸੰਬਰ 1704 ਈਸਵੀ ਦੀ ਰਾਤ ਨੂੰ ਛੱਡ ਦਿੱਤਾ ਤੇ ਜਿਉਂ ਹੀ ਸਤਿਗੁਰਾਂ ਨੇ ਤੇ ਸਿੰਘਾਂ ਨੇ ਕਿਲਾ ਛੱਡਿਆ ਦੁਸ਼ਮਣ ਦੀਆਂ ਫੌਜਾਂ ਆਪਣੀਆਂ ਕਸਮਾਂ ਭੁਲਾ ਕੇ ਉਹਨਾਂ ਦੇ ਉੱਤੇ ਉਹਨਾਂ ਨੇ ਹਮਲਾ ਕਰ ਦਿੱਤਾ ਤੇ ਯੋਧੇ ਬੜੀ ਦਲੇਰੀ ਦੇ ਨਾਲ ਸੂਰਮਤਾਈ ਦੇ ਨਾਲ ਲੜੇ ਰਾਤ ਦੇ ਹਨੇਰੇ ਦੇ ਵਿੱਚ ਵਰਦੇ ਮੀਂਹ ਦੇ ਵਿੱਚ ਸਰਸਾ ਨਦੀ ਦੇ ਕੰਢੇ ਕਸਮਾਨ ਦੀ ਲੜਾਈ ਹੋਈ
ਜਿਸ ਵਿੱਚ ਅਨੇਕਾਂ ਸਿੰਘਾਂ ਨੇ ਸੂਰਬੀਰਤਾ ਦੇ ਨਾਲ ਦੁਸ਼ਮਣ ਫੌਜ ਦਾ ਮੁਕਾਬਲਾ ਕੀਤਾ ਤੇ ਅਨੇਕਾਂ ਸਿੰਘਾਂ ਨੇ ਸੂਰਬੀਰਤਾ ਦੇ ਨਾਲ ਦੁਸ਼ਮਣ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀਆਂ ਪਾਈਆਂ। ਅੰਮ੍ਰਿਤ ਵੇਲੇ ਗੁਰੂ ਜੀ ਨੇ ਨਿਤਨੇਮ ਅਨੁਸਾਰ ਆਸਾ ਜੀ ਦੀ ਬਾਲ ਦਾ ਕੀਰਤਨ ਕੀਤਾ ਤੇ ਦੀਵਾਨ ਲਗਾਇਆ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਤੇ ਕੁਝ ਸਿੰਘਾਂ ਨੇ ਦੁਸ਼ਮਣ ਦੀ ਫੌਜ ਨੂੰ ਰੋਕੀ ਰੱਖਿਆ। ਉਪਰੰਤ ਸਰਸਾ ਪਾਰ ਕਰਨ ਦੀ ਯੋਜਨਾ ਅਧੀਨ ਜਿਹੜਾ ਸੰਗ ਨਦੀ ਦੇ ਵਿੱਚ ਠਹਿਲ ਪਿਆ, ਉਹਦੇ ਵਿੱਚ ਕਈ ਸਿੰਘ ਡੁੱਬ ਗਏ। ਕਈ ਮੀਂਹ ਕਾਰਨ ਸਰਸਾ ਨਦੀ ਦੇ ਵਿੱਚ ਆਏ ਹੜ੍ਹ ਕਾਰਨ ਹੜ ਗਏ ਤੇ ਬਹੁਤ ਸਾਰਾ ਕੀਮਤੀ ਸਮਾਨ, ਕੀਮਤੀ ਕਾਵ ਗ੍ਰੰਥ ਸਰਸਾ ਨਦੀ ਦੇ ਵਿੱਚ ਰੁੜ ਗਏ। ਇਸੇ ਜਗ੍ਹਾ ਤੇ ਗੁਰੂ ਜੀ ਸਾਹਿਬ ਦਾ ਸਾਰਾ ਪਰਿਵਾਰ ਖੇਰੂ ਹੋ ਗਿਆ ਤੇ ਉਹਨਾਂ ਵਿੱਚੋਂ ਫਿਰ ਮਿਲਾਪ ਨਾ ਹੋ ਸਕਿਆ। ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਚਲੇ ਗਏ। ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਤੇ 40 ਸਿੰਘ ਚਮਕੌਰ ਸਾਹਿਬ ਗਏ ਤੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਵਿਛੜ ਕੇ ਰਸੋਈਏ ਗੰਗੂ ਦੇ ਨਾਲ ਉਸਦੇ ਪਿੰਡ ਸਹੇੜੀ ਚਲੇ ਗਏ। ਚਮਕੌਰ ਦੇ ਵਿੱਚ ਚੌਧਰੀ ਬੁੱਧੀ ਚੰਦ ਦੀ ਇੱਕ ਗੜੀ ਨੁਮਾ ਕੱਚੀ ਹਵੇਲੀ ਸੀ। ਉਸਨੇ ਗੁਰੂ ਜੀ ਨੂੰ ਹਵੇਲੀ ਦੇ ਵਿੱਚ ਠਹਿਰਨ ਦੇ ਲਈ ਜਿਹੜੀ ਹੈ ਬੇਨਤੀ ਕੀਤੀ। ਗੁਰੂ ਜੀ ਨੇ ਮੁਗਲ ਫੌਜ ਦਾ ਟਾਕਰਾ ਕਰਨ ਲਈ ਹਵੇਲੀ ਦੇ ਵਿੱਚ ਮੋਰਚਾਬੰਦੀ ਕਰ ਲਈ। ਜਦੋਂ ਸਰਹਿੰਦ ਦੇ ਸੂਬੇ ਵਜ਼ੀਰ ਖਾਨ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਚਮਕੌਰ ਦੀ ਗੜੀ ਨੂੰ ਚੁਪਹਿਰਿਓਂ ਘੇਰ ਲਿਆ। ਚਮਕੌਰ ਦੀ ਜੰਗ ਦੁਨੀਆ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਧ ਬੇਜੋੜ ਤੇ ਅਸਾਮੀ ਜੰਗ ਮੰਨੀ ਜਾਂਦੀ ਹੈ, ਕਿਉਂਕਿ ਇੱਕ ਪਾਸੇ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਮੁਗਲ ਸੈਨਿਕ ਨਵੇਂ ਹਥਿਆਰਾਂ ਦੇ ਨਾਲ ਲੈਸ ਸਨ, ਦੂਜੇ ਪਾਸੇ ਕਈ ਮਹੀਨਿਆਂ ਤੋਂ ਭੁੱਖੇ ਮੁੱਠੀ ਭਰ ਸਿੰਘ। ਮੁਗਲ ਸੈਨਿਕ ਜੋ ਤਨਖਾਹਦਾਰ ਸਨ, ਉਹਨਾਂ ਦੇ ਮੁਕਾਬਲੇ ਦੇ ਵਿੱਚ ਸਿੰਘ ਸੈਨਿਕਾਂ ਦੀ ਵਿਲੱਖਣਤਾ ਇਹ ਸੀ ਕਿ ਉਹ ਧਰਮ ਦੀ ਖਾਤਰ ਆਪਣੇ ਗੁਰੂ ਤੋਂ ਕੁਰਬਾਨ ਹੋਣ ਵਾਸਤੇ ਮਰਜੀਵੜੇ ਸੂਰਮੇ ਸਨ। ਉਹਨਾਂ ਨੂੰ ਅਕਾਲ ਪੁਰਖ ਤੇ ਭਰੋਸਾ ਤੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਾਥ ਪ੍ਰਾਪਤ ਸੀ। ਉਹ ਸਵਾ ਲੱਖ ਦੇ ਨਾਲ ਇਕੱਲੇ ਲੜਨ ਲਈ ਤਿਆਰ ਸਨ। ਗੁਰਬਾਣੀ ਦੇ ਕਥਨ ਰਣ ਦੇਖ ਸੂਰੈ ਚਿਤ ਉਲਾਸ, ਐਸਾ ਉਹਨਾਂ ਦਾ ਬਹਾਦਰ ਸਿੰਘਾਂ ਦੇ ਚਿੱਤ ਦੇ ਵਿੱਚ ਯੁੱਧ ਕਰਨ ਦੇ ਲਈ ਭਾਰੀ ਜੋਸ਼ ਤੇ ਦੀਨ ਕੇ ਹੇਤ ਸ਼ਹੀਦ ਹੋਣ ਦਾ ਅਥਾਹ ਜਜ਼ਬਾ ਸੀ। ਚਮਕੌਰ ਸਾਹਿਬ ਵਿੱਚ 7 ਪੋਹ 1761 ਬਿਕਰਮੀ ਨੂੰ ਇੱਕ ਵਿਸ਼ਵ ਦਾ ਅਨੋਖਾ ਯੁੱਧ ਸ਼ੁਰੂ ਹੋਇਆ, ਜਿਸ ਦੀ ਉਦਾਹਰਨ ਸੰਸਾਰ ਦੇ ਯੁੱਧ ਇਤਿਹਾਸ ਦੇ ਵਿੱਚ ਕਿਤੇ ਨਹੀਂ ਮਿਲਦੀ, ਕਿਉਂਕਿ ਇਸ ਵਿੱਚ 40 ਸਿੰਘਾਂ ਦਾ ਮੁਕਾਬਲਾ 10 ਲੱਖ ਦੀ ਫੌਜ ਦੇ ਨਾਲ ਹੋਇਆ ਤੇ ਇਕੱਲੇ ਸਿੰਘ ਨੂੰ ਸਵਾ ਲੱਖ ਆਉਂਦਾ ਹੈ। ਚਮਕੌਰ ਦੀ ਗੜੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਚਨ 1.25 ਲੱਖ ਸੇ ਇੱਕ ਲੜਾਉਂ ਦਾ ਅਮਲੀ ਰੂਪ, ਪ੍ਰੈਕਟੀਕਲ ਰੂਪ ਪ੍ਰਤੱਖ ਹੋਇਆ। ਸਵੇਰ ਹੁੰਦਿਆਂ ਹੀ ਮੁਗਲ ਸੈਨਾ ਨੇ ਗੜੀ ਤੇ ਹਮਲਾ ਕਰ ਦਿੱਤਾ। ਗੁਰੂ ਜੀ ਨੇ ਤੀਰ ਚਲਾਉਣੇ ਸ਼ੁਰੂ ਕੀਤੇ। ਕੁਝ ਸਮਾਂ ਤੀਰਾਂ ਦੀ ਵਿਚਾਰ ਦੇ ਨਾਲ ਦੁਸ਼ਮਣ ਨੂੰ ਗੜੀ ਤੋਂ ਦੂਰ ਰੱਖਣ ਵਿੱਚ ਸਫਲਤਾ ਹੋਈ। ਜਦ ਤੀਰ ਮੁੱਕਣ ਤੇ ਆ ਗਏ ਤਾਂ 5 ਸਿੰਘਾਂ ਦਾ ਜਥਾ ਬੈਰੀ ਦੇ ਨਾਲ ਜੂਝਣ ਦੇ ਲਈ ਮੈਦਾਨੇ ਜੰਗ ਦੇ ਵਿੱਚ ਭੇਜਣ ਲੱਗੇ। ਜੋ ਕਾਰਿਆਂ ਦੀ ਗੂੰਜ ਦੇ ਨਾਲ ਬੈਰੀਆਂ ਤੇ ਟੁੱਟ ਪੈਂਦੇ ਤੇ ਸੈਂਕੜੇ ਸਿਪਾਹੀਆਂ ਦੇ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਤੇ ਫਿਰ ਆਪ ਸ਼ਹੀਦ ਹੋ ਜਾਂਦੇ। ਜਦੋਂ ਕਾਫੀ ਸਿੰਘ ਸ਼ਹੀਦ ਹੋ ਗਏ ਤਾਂ ਬਚੇ ਸਿੰਘਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਗੜੀ ਦੇ ਵਿੱਚੋਂ ਨਿਕਲ ਜਾਣ, ਪਰ ਗੁਰੂ ਜੀ ਦਾ ਉੱਤਰ ਸੀ ਕਿ ਉਹ ਸਾਰੇ ਹੀ ਉਹਨਾਂ ਦੇ ਸਪੁੱਤਰ ਹਨ। ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਜੰਗ ਦੇ ਵਿੱਚ ਜਾਣ ਦੇ ਲਈ ਆਪਣੇ ਹੱਥੀਂ ਤਿਆਰ ਕੀਤਾ ਤੇ ਅਸ਼ੀਰਵਾਦ ਦੇ ਕੇ 5 ਸਿੰਘਾਂ ਦੇ ਨਾਲ ਮੈਦਾਨੇ ਜੰਗ ਦੇ ਵਿੱਚ ਜੂਝਣ ਲਈ ਤੋਰਿਆ। ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਆਪਣੀ ਬਹਾਦਰੀ ਦੇ ਅਜਿਹੇ ਜੌਹਰ ਵਿਖਾਏ ਕਿ ਬੈਰੀ ਵੀ ਦੰਗ ਰਹਿ ਗਏ। ਸਪੁੱਤਰ ਨੂੰ ਸੂਰਬੀਰਤਾ ਦੇ ਨਾਲ ਜੂਝਦਿਆਂ ਵੇਖ ਕੇ ਗੜੀ ਦੇ ਵਿੱਚੋਂ ਹੀ ਸਤਿਗੁਰੂ ਜੀ ਨੇ ਸ਼ਾਬਾਸ਼ੀ ਦਿੱਤੀ। ਆਖਰੀ ਦਮ ਤੱਕ ਜੂਝਦਿਆਂ ਬਾਬਾ ਅਜੀਤ ਸਿੰਘ ਜੀ ਤੇ ਬਾਕੀ ਸਿੰਘਾਂ ਨੇ ਸ਼ਹੀਦੀ ਦੇ ਜਾਮ ਪੀਤੇ। ਆਪਣੇ ਵੀਰ ਨੂੰ ਦੀ ਬਹਾਦਰੀ ਤੋਂ ਉਤਸ਼ਾਹਿਤ ਹੁੰਦਿਆਂ ਛੋਟੇ ਸਾਹਿਬਜ਼ਾਦੇ ਜੁਝਾਰ ਸਿੰਘ ਜੀ ਦੇ ਦਿਲ ਵਿੱਚ ਵੀ ਯੁੱਧ ਚਾਓ ਠਾਠਾਂ ਮਾਰਿਆ ਸੀ। ਉਸਨੇ ਵੀ ਆਪਣੇ ਵੱਡੇ ਵੀਰ ਵਾਂਗੂ ਦੁਸ਼ਮਣ ਦੇ ਨਾਲ 2 ਹੱਥ ਕਰਨ ਦੇ ਲਈ ਗੁਰੂ ਪਿਤਾ ਜੀ ਤੋਂ ਯੁੱਧ ਵਿੱਚ ਜਾਣ ਦੀ ਆਗਿਆ ਮੰਗੀ।
ਪਿਤਾ ਪੁੱਤਰ ਵਿਚਕਾਰ ਹੋਈ ਗੱਲਬਾਤ ਨੂੰ ਸੂਫੀ ਸ਼ਾਇਰ ਜੋਗੀ ਅੱਲਾ ਯਾਰ ਖਾਨ ਨੇ ਇਸ ਤਰ੍ਹਾਂ ਬਿਆਨਿਆ ਹੈ। इस वक्त कहा नन्हे से मासूम पिसर ने, रुखसत हमें दिलवाओ पिता, जाएंगे मरने। भाई से बिछड़ कर हमें जीना नहीं आता, सोना नहीं, खाना नहीं, पीना नहीं पाता। गुरु पिता जी ने अपने पुत्र ਦਾ ਜਜ਼ਬਾ ਵੇਖ ਕੇ ਉਸ ਤੇ ਫਖਰ ਮਹਿਸੂਸ ਕੀਤਾ, ਪਰ ਜੁਝਾਰ ਸਿੰਘ ਜੀ ਦੀ ਬਾਬਾ ਜੁਝਾਰ ਸਿੰਘ ਜੀ ਦੀ ਛੋਟੀ ਉਮਰ ਜਾਣ ਕੇ ਉਸ ਨੂੰ ਸਮਝਾਇਆ ਕਿ ਉਹ ਅਜੇ ਲੜਾਈ ਕਰਨ ਦੇ ਯੋਗ ਨਹੀਂ। ਤਾਂ ਸਾਹਿਬਜ਼ਾਦਾ ਜੀ ਨੇ ਦਲੀਲ ਦਿੰਦਿਆਂ ਕਿਹਾ, ਲੜਨਾ ਨਹੀਂ ਆਤਾ, ਮੁਝੇ ਮਰਨਾ तो है आता, खुद वड़ के गला तेग पे धरना तो है आता। ਸਰਵੰਸਦਾਨੀ ਦਸ਼ਮੇਸ਼ ਪਿਤਾ ਨੇ ਦੂਸਰੇ ਸੁਪੁੱਤਰ ਦੇ ਹੌਸਲੇ ਨੂੰ ਵੇਖ ਕੇ ਉਸ ਨੂੰ ਵੀ ਜੰਗ ਵਿੱਚ ਜਾਣ ਲਈ ਆਪਣੇ ਹੱਥੀਂ ਤਿਆਰ ਕੀਤਾ ਤੇ ਸਿੰਘਾਂ ਦੇ ਨਾਲ ਖੁਸ਼ੀ-ਖੁਸ਼ੀ ਤੋਰਿਆ। ਬਾਬਾ ਜੁਝਾਰ ਸਿੰਘ ਜੀ ਦੁਸ਼ਮਣ ਫੌਜ ਦੇ ਵਿੱਚ ਵਾਧੇ ਹੋਏ ਵੈਰੀਆਂ ਦੇ ਆਹੂ ਲਾਉਂਦੇ ਰਹੇ ਤੇ ਅੰਤ ਆਪ ਨੇ ਸਾਥੀ ਸਿੰਘਾਂ ਸਮੇਤ ਰਣਭੂਮੀ ਦੇ ਵਿੱਚ ਜੂਝਦਿਆਂ ਸ਼ਹੀਦੀ ਪ੍ਰਾਪਤ ਕੀਤੀ। ਦਸ਼ਮੇਸ਼ ਪਿਤਾ ਜੀ ਨੇ ਗੜੀ ਦੇ ਵਿੱਚੋਂ ਆਪਣੇ ਸੁਪੁੱਤਰਾਂ ਦੀ ਬਹਾਦਰੀ ਦੇ ਕਾਰਨਾਮੇ ਵੇਖੇ ਤੇ ਫਿਰ ਸ਼ਹੀਦ ਹੁੰਦਿਆਂ ਨੂੰ ਵੇਖ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਕਿ ਤੇਰੀ ਅਮਾਨਤ ਤੈਨੂੰ ਸੌਂਪ ਦਿੱਤੀ ਹੈ। ਦੋਵੇਂ ਬੱਚੇ ਸਿੱਖੀ ਸਿਦਕ ਤੇ ਪੂਰੇ ਉਤਰੇ ਨੇ ਤੇ ਇਮਤਿਹਾਨ ਦੇ ਵਿੱਚੋਂ ਪਾਸ ਹੋਏ ਨੇ। ਹੈ ਕੋਈ ਸੰਸਾਰ ਦੇ ਇਤਿਹਾਸ ਦੇ ਵਿੱਚ ਐਸੀ ਮਿਸਾਲ ਕਿਸੇ ਹੋਰ ਰਹਿਬਰ ਦੀ ਜਿਸ ਤੋਂ ਉਸ ਦੇ ਸਿੱਖ ਜਾਨਾਂ ਮਾਰਨ ਨੂੰ ਤਿਆਰ ਹੋਣ ਤੇ ਉਹ ਆਪਣੇ ਬੱਚਿਆਂ ਨੂੰ ਆਪਣੀਆਂ ਅੱਖਾਂ ਸਾਹਮਣੇ ਸ਼ਹੀਦ ਹੁੰਦਾ ਵੇਖ ਕੇ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਕਰ ਰਿਹਾ ਹੋਵੇ। ਦੋਵੇਂ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ 8 ਪੋਹ ਸੰਮਤ 1761 ਬਿਕਰਮੀ ਨੂੰ ਹੋਈਆਂ, ਜੋ ਕਿ 22 ਦਸੰਬਰ 1704 ਬਣਦੀ ਹੈ। ਭਾਰਤ ਦੇ ਵਿੱਚ ਚਮਕੌਰ ਦੀ ਧਰਤੀ ਨੂੰ ਮਹਾਨ ਤੀਰਥ ਦਾ ਰੁਤਬਾ ਦਿੱਤਾ ਗਿਆ ਹੈ, ਜਿੱਥੇ ਪਿਤਾ ਨੇ ਪਰਮਾਤਮਾ ਦੀ ਸਰਦਲ ਉੱਤੇ ਪੁੱਤਰਾਂ ਨੂੰ ਕੁਰਬਾਨ ਕੀਤਾ। ਅੱਲਾ ਯਾਰ ਖਾਨ ਲਿਖਦਾ ਹੈ, ਬਸ एक हिंद में तीर्थ है यात्रा के लिए, कटाए बाप ने बच्चे जहाँ खुदा के लिए। चमक है मेहर की चमकौर तेरे जरों में, जही से बन के सितारे गए क्षमा के लिए। ਤੇ ਇਹ ਤਾਂ ਸੀ ਜਿਹੜੀ ਚਮਕੌਰ ਦੀ ਜੰਗ, ਜਿਹਦੇ ਵਿੱਚ ਜਿਹੜੇ ਹੈ ਬਾਕੀ ਦੇ ਸਿੰਘਾਂ ਨੇ ਵੀ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਗੁਰੂ ਸਾਹਿਬ ਇੱਥੋਂ ਜਿਹੜੇ ਨੇ ਰਾਤ ਨੂੰ ਨਿਕਲ ਜਾਂਦੇ ਨੇ ਤੇ ਅਸੀਂ ਅਗਲਾ ਜਿਹੜਾ ਹੈ ਗੀਤ ਜਿਹੜਾ ਹੈ ਉਸ ਤੋਂ ਜਿਹੜਾ ਹੈ ਅੱਗੇ ਜਾ ਕੇ ਦੂਸਰੇ ਪਾਸੇ ਅਸੀਂ ਪ੍ਰੋਗਰਾਮ ਦੇ ਛੋਟੇ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹੀਦੀ ਉਹਦੇ ਬਾਰੇ ਕੁਝ ਸ਼ਬਦ ਜਿਹੜੇ ਹੈ ਆਪ ਜੀ ਦੇ ਨਾਲ ਸਾਂਝੇ ਕਰਾਂਗੇ। ਤੇ ਆਓ ਜਿਹੜਾ ਹੈ ਇੱਕ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਜੀ ਦਾ ਗਾਇਆ ਹੋਇਆ ਜਿਹੜਾ ਹੈ ਇਹ ਗੀਤ ਸਰਵਣ ਕਰਦੇ ਹਾਂ। ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ, ਵੇਲੇ ਦੀਆਂ ਰੌਣਕਾਂ ਤੇ ਮਹਿਲਾਂ ਦੀ ਬਹਾਰ ਨੂੰ। ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ, ਵੇਲੇ ਦੀਆਂ ਰੌਣਕਾਂ ਤੇ ਮਹਿਲਾਂ ਦੀ ਬਹਾਰ ਨੂੰ। ਜਿਨ੍ਹਾਂ ਦੀਆਂ ਚਾਈ ਚਾਈ ਕੋੜੀਆਂ ਸੀ ਗੋੜੀਆਂ, ਹੀਰਿਆਂ ਦੇ ਨਾਲ ਜੋਤੀ ਹੱਥੀ ਤੂੰ ਸਜਾਉਣੀਆਂ, ਹੱਥੀ ਤੂੰ ਸਜਾਉਣੀਆਂ। ਤੇਰਿਆਂ ਦੇ ਵਿੱਚ ਹੈ ਸੀ ਗੁੰਦਣਾ ਪਿਆਰ ਨੂੰ, ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ। ਸੁਣੇ ਸੁਣੇ ਜਾਪਦੇ ਨੇ ਮਹਿਲ ਤੇ ਅਟਾਰੀਆਂ, ਸੁਣੇ ਸੁਣੇ ਜਾਪਦੇ ਨੇ ਮਹਿਲ ਤੇ ਅਟਾਰੀਆਂ। ਚੰਦ ਜਿਹੀਆਂ ਸੂਰਤਾਂ ਕਿੱਥੇ ਗਈਆਂ ਪਿਆਰੀਆਂ, ਕਾਨੂੰ ਤੋਰ ਦਿੱਤਾ ਐ ਤੇ ਸੋਹਣੇ ਪਰਿਵਾਰ ਨੂੰ, ਕਿੱਥੇ ਮਾਤਾ ਤੋਰਿਆ
ਅਜੀਤ ਤੇ ਜੁਝਾਰ ਨੂੰ ਪਿਤਾ ਦਸ਼ਮੇਸ਼ ਜਦੋਂ ਚਾਈ ਚਾਈ ਆਉਣਗੇ ਅੱਜ ਕਿੱਥੋਂ ਹਾਕਾਂ ਮਾਰ ਉਹਨਾਂ ਨੂੰ ਬੁਲਾਉਣਗੇ ਕਿਵੇਂ ਠੰਡ ਪਊ ਉਸ ਸੱਚੀ ਸਰਕਾਰ ਨੂੰ ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ ਪੁੱਤਰਾਂ ਦੇ ਦੁੱਖ ਤੇ ਵਿਛੋੜੇ ਜਲ ਜਾਣਾ ਪੁੱਤਰਾਂ ਦੇ ਦੁੱਖ ਤੇ ਵਿਛੋੜੇ ਜਲ ਜਾਣਾ ਪੁੱਤਰਾਂ ਦੇ ਬਿਨਾ ਚੰਗਾ ਲੱਗਦਾ ਜਹਾਨ ਨਾ ਨੂਰਪੁਰੀ ਪੁੱਛੇ ਤੇ ਦੇਖ ਸੰਸਾਰ ਨੂੰ ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ ਕਿੱਥੇ ਮਾਤਾ ਤੋਰਿਆ। ਹਾਂਜੀ, ਅਸੀਂ ਦੂਸਰਾ ਜਿਹੜਾ ਲੇਖ ਹੈ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਗਿਆਨੀ ਸੋਹਣ ਸਿੰਘ ਜੀ ਸੀਤਲ ਉਹਨਾਂ ਦੇ ਲਿਖੇ ਹੋਏ ਸ਼ਬਦਾਂ ਦੇ ਵਿੱਚੋਂ ਕੁਝ ਅੰਸ਼ ਜਿਹੜੇ ਨੇ ਆਪ ਜੀ ਦੇ ਨਾਲ ਸਾਂਝੇ ਕਰ ਰਹੇ ਹਾਂ। ਤੇ ਸੋਹਣ ਸਿੰਘ ਜੀ ਸੀਤਲ ਲਿਖਦੇ ਨੇ ਕਿ ਕਿਸ ਤਰ੍ਹਾਂ ਉਹ ਕਹਿਰ ਦੀ ਰਾਤ ਸੀ ਜਦੋਂ ਪਰਿਵਾਰ ਵਿਛੋੜਾ ਹੋਇਆ, ਪਰ ਸਿੱਖਾਂ ਨੇ ਸਰਸਾ ਨਦੀ ਪਾਰ ਕੀਤੀ ਜਿੰਨੇ ਵੀ ਕਰ ਸਕੇ। ਗੁਰਦੇਵ ਦਾ ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ। ਮਹਾਰਾਜ ਦੇ ਮਹਿਲ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਨੂੰ ਚਲੇ ਗਏ। ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਬਾਕੀ ਸਾਰਿਆਂ ਨਾਲੋਂ ਵਿਛੜ ਗਏ। ਉਹਨਾਂ ਦੇ ਨਾਲ ਇੱਕੋ ਗੰਗਾ ਰਾਮ ਰਹਿ ਗਿਆ। ਸਿੱਖ ਘਿਰਣਾ ਦੇ ਨਾਲ ਇਸ ਨੂੰ ਗੰਗੂ ਕਹਿੰਦੇ ਨੇ। ਦੱਸਦੇ ਨੇ ਕਿ ਇਹ ਗੁਰੂ ਮਹਾਰਾਜ ਦੇ ਜਿਹੜੇ ਹੈ ਲੰਗਰਾਂ ਦੇ ਵਿੱਚ ਜਿਹੜਾ ਹੈ ਰਸੋਈ ਦੇ ਵਿੱਚ ਕੰਮ ਕਰਦਾ ਸੀ। ਗੰਗੂ ਦੇ ਘਰ ਪਹੁੰਚੇ ਮਾਤਾ ਜੀ ਤੇ ਸਾਹਿਬਜ਼ਾਦੇ ਜਿਹੜੇ ਨੇ ਉਹ ਉੱਥੇ ਜਿਹੜੇ ਸਹੇੜੀ ਜਾਂ ਖੇੜੀ ਜਗ੍ਹਾ ਦੇ ਉੱਤੇ ਪਹੁੰਚਦੇ ਨੇ। ਗੰਗੂ ਦੇ ਘਰ ਮਾਤਾ ਜੀ ਦੇ ਪਾਸ ਮੋਹਰਾਂ ਦੀ ਭਰੀ ਗੁਰਜੀ ਵੇਖ ਕੇ ਗੰਗੂ ਦਾ ਦਿਲ ਲਲਚਾ ਗਿਆ। ਉਹ ਮਾਤਾ ਜੀ ਨੂੰ ਆਪਣੇ ਪਿੰਡ ਖੇੜੀ ਲੈ ਗਿਆ। ਉਸ ਸਮੇਂ ਤੱਕ 7 ਪੋਹ ਦਾ ਸੂਰਜ ਛਿਪ ਚੁੱਕਾ ਸੀ। ਗੰਗੂ ਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਭੋਜਨ ਛਕਾਇਆ ਤੇ ਘਰ ਦੇ ਪਿਛਲੇ ਕਮਰੇ ਦੇ ਵਿੱਚ ਆਰਾਮ ਕਰਨ ਲਈ ਥਾਂ ਦੇ ਦਿੱਤੀ। ਮਾਤਾ ਜੀ ਅੱਧੀ ਰਾਤ ਤੱਕ ਗਿਣਤੀਆਂ ਦੇ ਵਿੱਚ ਪਏ ਜਾਗਦੇ ਰਹੇ। ਕਹਿੰਦੇ ਨੇ ਕਿ ਨੀਂਦ ਸੂਲਾਂ ਤੇ ਵੀ ਆ ਜਾਂਦੀ ਹੈ। ਢਲੀ ਰਾਤ ਪਲਕ ਦੇ ਲਈ ਉਹਨਾਂ ਦੀ ਅੱਖ ਲੱਗ ਗਈ। ਇਤਨੇ ਸਮੇਂ ਤੋਂ ਲਾਭ ਉਠਾ ਕੇ ਗੰਗੂ ਨੇ ਮਾਤਾ ਜੀ ਦੇ ਸਿਰਹਾਣਿਓਂ ਮੋਹਰਾਂ ਦੀ ਖੁਰਜੀ ਚੁੱਕ ਲਈ। ਦਿਨ ਚੜੇ ਮੰਜੇ ਹੇਠ ਖੁਰਜੀ ਨਾ ਵੇਖ ਕੇ ਮਾਤਾ ਜੀ ਨੇ ਪੁੱਛਿਆ, ਬੇਟਾ ਗੰਗਾ ਰਾਮ, ਸਗੋਂ ਖੁਰਜੀ ਚੁੱਕ ਕੇ ਕਿਸੇ ਹੋਰ ਥਾਂ ਸੰਭਾਲ ਦਿੱਤੀ ਓ? ਇੰਨੀ ਸਧਾਰਨ ਪੁੱਛ ਤੇ ਉਹ ਭੜਕ ਉੱਠਿਆ। ਉਸਨੇ ਕ੍ਰੋਧ ਦੇ ਨਾਲ ਅੱਖਾਂ ਲਾਲ ਕਰ ਲਈਆਂ। ਵਾਹ ਮਾਤਾ ਜੀ, ਚੰਗਾ ਦਿੱਤਾ ਹੈ ਨੇਕੀ ਦਾ ਫਲ। ਮੈਂ ਸਰਕਾਰ ਦੇ ਬਾਗੀਆਂ ਨੂੰ ਘਰ ਆਸਰਾ ਦਿੱਤਾ ਤੇ ਉਲਟਾ ਤੁਸੀਂ ਮੈਨੂੰ ਚੋਰ ਕਹਿੰਦੇ ਹੋ। ਪਿੰਡ ਦੇ ਚੌਧਰੀ ਨੂੰ ਪਤਾ ਲੱਗ ਜਾਵੇ ਤਾਂ ਕਿਤੇ ਭਾਲਿਆ ਨਾ ਲੱਭਾਂ। ਮੈਂ ਜਾਨ ਦਾ ਖਤਰਾ ਸਹੇੜ ਕੇ ਤੁਹਾਨੂੰ ਰੱਖਿਆ ਤੇ ਤੁਸੀਂ ਮੈਨੂੰ ਚੋਰ ਬਣਾ ਦਿੱਤਾ। ਇਸ ਨਾਲ ਤਾਂ ਚੰਗਾ ਹੈ ਕਿ ਮੈਂ ਸਾਰੀ ਗੱਲ ਚੌਧਰੀ ਨੂੰ ਜਾ ਦੱਸਾਂ। ਗੰਗੂ ਦੀ ਇਹ ਧਮਕੀ ਸੁਣ ਕੇ ਮਾਤਾ ਜੀ ਨੇ ਉਸ ਨੂੰ ਪਹਿਲਾਂ ਨਾਲੋਂ ਵੀ ਨਰਮ ਸੁਰ ਵਿੱਚ ਕਿਹਾ, ਪੁੱਤ, ਤੈਨੂੰ ਕਿਉਂ ਚੋਰ ਬਣਾਉਣਾ ਹੈ? ਮੈਂ ਤੈਨੂੰ ਪੁੱਤਰਾਂ ਵਾਂਗ ਪਾਲਿਆ ਹੈ। ਮੈਂ ਤਾਂ ਕਿਹਾ ਕਿ ਸਗੋਂ ਚੰਗਾ ਕੀਤਾ ਕਿ 4 ਪੈਸੇ ਕਿਤੇ ਚੰਗੇ ਥਾਂ ਸੰਭਾਲ ਲਏ ਨੇ। ਭਲਾ ਤੇਰਾ ਸਾਡਾ ਕੀ ਵੰਡਿਆ ਹੋਇਆ ਹੈ? ਬਸ ਰਹਿਣ ਦਿਓ ਮਾਤਾ ਜੀ, ਮੈਂ ਗੱਲਾਂ ਵਿੱਚ ਆਉਣ ਵਾਲਾ ਨਹੀਂ। ਤੁਸੀਂ ਪਹਿਲਾਂ ਮੈਨੂੰ ਚੋਰ ਬਣਾਇਆ ਤੇ ਹੁਣ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਮੈਥੋਂ ਚੋਰੀ ਦਾ ਇਕਬਾਲ ਕਰਾਉਣਾ ਚਾਹੁੰਦੇ ਹੋ। ਤੁਹਾਡੇ ਵੱਲੋਂ ਜੋ ਇਨਾਮ ਮਿਲਣਾ ਸੀ ਮਿਲ ਗਿਆ। ਹੁਣ ਮੈਂ ਆਪਣੀ ਜਾਨ ਕਿਉਂ ਖਤਰੇ ਵਿੱਚ ਪਾਵਾਂ? ਮੈਂ ਹੁਣੇ ਜਾ ਕੇ ਚੌਧਰੀ ਨੂੰ ਦੱਸ ਦਿੰਦਾ ਹਾਂ। ਤੇ ਬੁੜ ਕਰਦਾ ਗੰਗੂ ਘਰੋਂ ਬਾਹਰ ਨਿਕਲ ਗਿਆ। ਮਾਤਾ ਜੀ ਨੇ ਬਥੇਰਾ ਰੋਕਿਆ, ਪਰ ਮਾਰੀ ਮੱਤ ਵਾਲਾ ਗੰਗੂ ਮੁੜਿਆ ਨਾ। ਉਸਨੇ ਪਿੰਡ ਦੇ ਚੌਧਰੀ ਨੂੰ ਜਾ ਕੇ ਮਾਤਾ ਜੀ ਦੀ ਖਬਰ ਦੇ ਦਿੱਤੀ। ਚੌਧਰੀ ਉਸੇ ਵੇਲੇ ਆਪਣੇ ਆਦਮੀ ਲੈ ਕੇ ਆ ਗਿਆ। ਮਾਤਾ ਜੀ ਨੂੰ ਵੇਖ ਕੇ ਚੌਧਰੀ ਨੇ ਆਪਣੇ ਆਦਮੀ ਪਹਿਰੇ ਤੇ ਬਿਠਾ ਦਿੱਤੇ। ਚੌਧਰੀ ਤੇ ਗੰਗੂ ਦੋਵੇਂ ਮੁਰਿੰਡੇ ਜਾ ਪਹੁੰਚੇ, ਜੋ ਖੇੜੀ ਤੋਂ 2 ਮੀਲ ਦੀ ਦੂਰੀ ਤੇ ਹੈ।
ਮਰਿੰਡੇ ਦੇ ਹਾਕਮ ਜਾਨੀ ਖਾਂ ਤੇ ਮਾਨੀ ਖਾਂ ਉਸੇ ਵੇਲੇ ਸਿਪਾਹੀ ਲੈ ਕੇ ਖੇੜੀ ਪਹੁੰਚ ਗਏ। ਮਾਤਾ ਜੀ ਨੂੰ ਵੇਖ ਕੇ ਗੁੱਸੇ ਵਿੱਚ ਕਿਹਾ, ਗੰਗਿਆ, ਮਾਤਾ ਜੀ ਨੇ ਉਹਨਾਂ ਨੂੰ ਵੇਖ ਕੇ ਗੁੱਸੇ ਵਿੱਚ ਕਿਹਾ, ਗੰਗਿਆ, ਜਿਸ ਧਨ ਤੇ ਲੋਭ ਪਿੱਛੇ ਇਹ ਪਾਪ ਕੀਤਾ ਹੈ, ਕੀ ਉਹ ਤੈਨੂੰ ਪਾਰ ਲਾ ਦੇਵੇਗਾ? ਤੇਰੀ ਮਰਜ਼ੀ। ਜਾਨੀ ਖਾਂ ਤੇ ਮਾਨੀ ਖਾਂ ਨੇ ਸ਼ੱਕੀ ਨਜ਼ਰ ਦੇ ਨਾਲ ਗੰਗੂ ਵੱਲ ਵੇਖਿਆ। ਡਰ ਦਾ ਮਾਰਿਆ ਗੰਗੂ ਪੈਰਾਂ ਤੱਕ ਕੰਬ ਗਿਆ। ਆਪਣੇ ਪਾਪ ਨੂੰ ਲੁਕਾਉਣ ਦਾ ਯਤਨ ਕਰਦਿਆਂ ਉਸਨੇ ਭੜਕ ਕੇ ਕਿਹਾ, ਮਾਤਾ ਜੀ, ਤੁਹਾਡਾ ਦੋਸ਼ ਲਾਇਆ ਮੈਂ ਚੋਰ ਨਹੀਂ ਬਣ ਚੱਲਿਆ। ਮੈਂ ਸਰਕਾਰ ਦਾ ਵਫ਼ਾਦਾਰ ਹਾਂ, ਸੋ ਤੁਸਾਂ ਤਾਂ ਮੈਨੂੰ ਬੁਰਾ ਕਹਿਣਾ ਹੀ ਹੋਇਆ। ਧੰਨ ਵਾਲੀ ਗੱਲ ਇੱਥੇ ਹੀ ਦੱਬੀ ਗਈ। ਜਾਨੀ ਖਾਂ ਮਾਨੀ ਖਾਂ ਖੁਸ਼ ਸਨ ਕਿ ਗੁਰੂ ਜੀ ਦੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਨ ਵਾਸਤੇ ਸਰਕਾਰ ਵੱਲੋਂ ਉਹਨਾਂ ਨੂੰ ਚੋਖੀ ਨੇਕ ਨਾਮੀ ਮਿਲ ਗਈ। ਉਹਨਾਂ ਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਮਰਿੰਡੇ ਜਾ ਕੇ ਨਜ਼ਰਬੰਦ ਕਰ ਦਿੱਤਾ। ਦਸ ਪੋਹ ਨੂੰ ਨਵਾਬ ਵਜ਼ੀਰ ਖਾਂ ਵਾਪਸ ਸਰਹੰਦ ਪਹੁੰਚਿਆ ਤਾਂ ਮਰਿੰਡੇ ਵਾਲਿਆਂ ਨੇ ਮਾਤਾ ਜੀ ਤੇ ਸਾਹਿਬਜ਼ਾਦੇ ਉੱਥੇ ਪੇਸ਼ ਕਰ ਦਿੱਤੇ। ਚਮਕੌਰ ਵਿੱਚੋਂ ਗੁਰੂ ਜੀ ਬਚ ਕੇ ਨਿਕਲ ਜਾਣ ਕਰਕੇ ਸੂਬੇਦਾਰ ਵਜ਼ੀਰ ਖਾਂ ਬੜਾ ਖਿਝਿਆ ਹੋਇਆ ਸੀ। ਉਸ ਵੇਲੇ ਆਪਣੀ ਵੱਡੀ ਹਾਰ ਤੇ ਨਮੋਸ਼ੀ ਸਮਝਦਾ ਸੀ। ਛੋਟੇ ਸਾਹਿਬਜ਼ਾਦਿਆਂ ਦੇ ਹੱਥ ਆ ਜਾਣ ਕਰਕੇ ਵਜ਼ੀਰ ਖਾਂ ਦੇ ਮਨ ਨੂੰ ਕੁਝ ਢਾਰਸ ਹੋਈ। ਉਸਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਕਿਲ੍ਹੇ ਦੇ ਬੁਰਜ ਦੇ ਵਿੱਚ ਕੈਦ ਕਰ ਦਿੱਤਾ। ਲਗਭਗ 8 ਪਹਿਰ ਦਾਦੀ ਪੋਤਰੇ ਭੁੱਖੇ ਧਿਆਏ ਰਹੇ। ਸਾਰੀ ਰਾਤ ਦਾਦੀ ਪੋਤਰਿਆਂ ਨੂੰ ਗੋਦ ਵਿੱਚ ਲੈ ਕੇ ਬਜ਼ੁਰਗਾਂ ਦੀ ਦ੍ਰਿੜਤਾ ਦੀਆਂ ਸਾਖੀਆਂ ਸੁਣਾਉਂਦੀ ਰਹੀ। ਬਿਸਤਰੇ ਤੋਂ ਬਿਨਾਂ ਠੰਡਾ ਬੁਰਜ, ਪੋਹ ਦੀ ਕਕਰੀਲੀ ਰਾਤ ਤੇ ਢਿੱਡੋਂ ਭੁੱਖੇ। ਨੀਂਦ ਅੱਖਾਂ ਦੇ ਨੇੜੇ ਨਾ ਫੜਕੀ। ਅਗਲੇ ਦਿਨ ਕਚਹਿਰੀ ਲੱਗੀ ਤਾਂ ਸਾਹਿਬਜ਼ਾਦਿਆਂ ਨੂੰ ਪੇਸ਼ ਕਰਨ ਦਾ ਹੁਕਮ ਹੋਇਆ। ਕੁਝ ਇਤਿਹਾਸਕਾਰਾਂ ਨੇ ਇੱਕ ਸੁੰਦਰ ਸਾਖੀ ਲਿਖੀ ਹੈ। ਨਵਾਬ ਤੇ ਅਹਿਲਕਾਰਾਂ ਨੇ ਇੱਕ ਗੋਂਦ ਅਨੁਸਾਰ ਕਚਹਿਰੀ ਦਾ ਵੱਡਾ ਦਰਵਾਜ਼ਾ ਬੰਦ ਕਰ ਦਿੱਤਾ ਤੇ ਸਾਹਿਬਜ਼ਾਦਿਆਂ ਨੂੰ ਲੰਘਣ ਵਾਸਤੇ ਇੱਕ ਛੋਟੀ ਜਿਹੀ ਬਾਰੀ ਖੋਲ੍ਹ ਦਿੱਤੀ। ਗੋਂਦ ਇਹ ਸੀ ਕਿ ਅੰਦਰ ਦਾਖਲ ਹੋਣ ਲੱਗੇ ਸਾਹਿਬਜ਼ਾਦੇ ਸਿਰ ਝੁਕਾ ਕੇ ਲੰਘਣਗੇ ਤਾਂ ਸਾਰੇ ਦਰਬਾਰੀ ਰੌਲਾ ਪਾ ਦੇਣਗੇ ਕਿ ਸਾਹਿਬਜ਼ਾਦਿਆਂ ਨੇ ਨਵਾਬ ਨੂੰ ਸਲਾਮ ਕਰ ਰਹੇ ਨੇ। 2 ਸਿਪਾਹੀ ਸਾਹਿਬਜ਼ਾਦਿਆਂ ਨੂੰ ਲੈਣ ਵਾਸਤੇ ਆਏ। ਪੋਤਰਿਆਂ ਨੂੰ ਵਿਦਿਆ ਕਰਦਿਆਂ ਮਾਤਾ ਗੁਜਰੀ ਜੀ ਨੇ ਇੰਨਾ ਕਿਹਾ, ਮੇਰੇ ਲਾਲ, ਇੰਨੀ ਗੱਲ ਯਾਦ ਰੱਖਣੀ, ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਰੇ ਹੋ। ਮਰਦਾਂ ਵਾਂਗ ਅਡੋਲ ਰਹਿਣਾ, ਜ਼ਾਲਮ ਅੱਗੇ ਝੁਕਣਾ ਨਹੀਂ, ਗੱਜ ਕੇ ਫਤਿਹ ਬੁਲਾਉਣੀ। ਸਾਰੇ ਰਾਹ ਸਿਪਾਹੀ ਧਮਕੀਆਂ ਦਿੰਦੇ ਆਏ ਸਨ ਕਿ ਨਵਾਬ ਸਾਹਿਬ ਨੂੰ ਝੁਕ ਕੇ ਸਲਾਮ ਕਰਨਾ, ਨਹੀਂ ਤਾਂ ਅਨਿਆਈ ਮੋਤੇ ਮਾਰੇ ਜਾਓਗੇ। ਇਸ ਸਿੱਖਿਆ ਦਾ ਅਸਰ ਸਾਹਿਬਜ਼ਾਦਿਆਂ ਦੇ ਮਨ ਤੇ ਉਲਟਾ ਹੋਇਆ। ਅੱਗੇ ਜਾਂਦਿਆਂ ਨੂੰ ਸਿਰਫ ਛੋਟੀ ਬਾਰੀ ਖੁੱਲੀ ਵੇਖ ਕੇ ਸਾਹਿਬਜ਼ਾਦੇ ਵੈਰੀ ਦੀ ਚਾਲ ਨੂੰ ਸਮਝ ਗਏ। ਉਹਨਾਂ ਨੂੰ ਮਾਤਾ ਗੁਜਰੀ ਜੀ ਦੀ ਸੁਣਾਈ ਹੋਈ ਸਾਖੀ ਯਾਦ ਆ ਗਈ। ਇੱਕ ਵਾਰੀ ਪਟਨੇ ਦੇ ਵੱਡੇ ਨਵਾਬ ਦੀ ਸਵਾਰੀ ਜਾ ਰਹੀ ਸੀ। ਤੁਹਾਡੇ ਪਿਤਾ ਜੀ ਹਾਣੀਆਂ ਨਾਲ ਖੇਡ ਰਹੇ ਸਨ। ਨਵਾਬ ਦੇ ਸਿਪਾਹੀਆਂ ਨੇ ਧਮਕੀ ਦਿੰਦਿਆਂ ਕਿਹਾ, ਇਹ ਬਾਲਕੋ, ਨਵਾਬ ਸਾਹਿਬ ਨੂੰ ਝੁਕ ਕੇ ਸਲਾਮ ਕਰੋ। ਤੁਹਾਡੇ ਪਿਤਾ ਜੀ ਨੇ ਸਲਾਮ ਕਰਨ ਦੀ ਥਾਂ ਨਵਾਬ ਦਾ ਮੂੰਹ ਚੜਾਉਣਾ ਸ਼ੁਰੂ ਕਰ ਦਿੱਤਾ। ਛੋਟੇ ਹੁੰਦਿਆਂ ਤੋਂ ਹੀ ਉਹ ਕਿਸੇ ਆਕੜਖੋਰ ਦਾ ਰੋਹਬ ਨਹੀਂ ਸਨ ਮੰਨਦੇ। ਹੁਣ ਸਾਹਿਬਜ਼ਾਦਿਆਂ ਨੇ ਪਹਿਲੇ ਜਿਹੜੀਆਂ ਆਪਣੀਆਂ ਲੱਤਾਂ ਨੇ ਉਹ ਅੰਦਰ ਲੰਘਾਈਆਂ ਤਾਂ ਕਿ ਸਿਰ ਨਾ ਝੁਕੇ, ਤੇ ਇਸ ਨਿਰਭੈਤਾ ਨੂੰ ਵੇਖ ਕੇ ਜਿਹੜਾ ਦਰਬਾਰੀ ਸਨ ਤੇ ਵਜ਼ੀਰ ਖਾਨ ਸੀ, ਉਹ ਸੜ ਵੜ ਕੇ ਕੋਲਾ ਹੋ ਗਿਆ। ਤੇ ਤੁਹਾਨੂੰ ਸਮਝ ਨਹੀਂ ਕਿ ਮੁਜ਼ਲਮ ਨੂੰ ਕਿਵੇਂ ਪੇਸ਼ ਕੀਤਾ ਜਾਂਦਾ ਹੈ। ਵਜ਼ੀਰ ਖਾਨ ਨੇ ਮੱਥੇ ਦੀ ਤਿਉੜੀ ਪਾ ਕੇ ਸਿਪਾਹੀਆਂ ਨੂੰ ਕਿਹਾ, ਜਨਾਬ, ਅਸੀਂ ਤਾਂ ਸਾਰਾ ਰਾਹ ਇਹਨਾਂ ਨੂੰ ਸਮਝਾਉਂਦੇ ਆਏ ਹਾਂ, ਪਰ ਇਹ ਨਹੀਂ ਸਮਝੇ। ਵਜ਼ੀਰ ਖਾਨ ਦੀ ਪੇਸ਼ਕਾਰ ਇੱਕ ਹਿੰਦੂ ਸੁੱਚਾ ਆਨੰਦ ਸੀ। ਉਸਨੇ ਸਾਹਿਬਜ਼ਾਦਿਆਂ ਨੂੰ ਪਲੋਸਦਿਆਂ ਬੜੀ ਮਿੱਠੀ ਸੁਰ ਦੇ ਵਿੱਚ ਕਿਹਾ, ਬਾਲਕੋ, ਮੈਂ ਹਿੰਦੂ ਹਾਂ, ਤੁਹਾਡੇ ਨਾਲ ਮੈਨੂੰ ਹਮਦਰਦੀ ਹੈ। ਜਾਣਦੇ ਹੋ, ਤੁਹਾਡੇ ਪਿਤਾ ਤੇ ਤੁਹਾਡੇ ਵੱਡੇ ਭਾਈ ਚਮਕੌਰ ਵਿੱਚ ਸਾਰੇ ਮਾਰੇ ਗਏ ਨੇ, ਸਿੱਖਾਂ ਸਮੇਤ। ਗੁਸਤਾਖੀ ਕਰੋਗੇ ਤਾਂ ਤੁਸੀਂ ਵੀ ਮਾਰੇ ਜਾਓਗੇ। ਨਵਾਬ ਬੜੇ ਰਹਿਮ ਦਿਲ ਨੇ, ਸਲਾਮ ਕਰਕੇ ਹਜ਼ੂਰ ਤੋਂ ਮਾਫੀ ਮੰਗ ਲਓ, ਬਖਸ਼ੇ ਜਾਓਗੇ, ਨਹੀਂ ਤਾਂ ਬੜੇ ਤਸੀਹੇ ਦੇ ਕੇ ਮਾਰੇ ਜਾਵੋਗੇ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਨੇ ਬੜੀ ਨਿਰਭੈਤਾ ਦੇ ਨਾਲ ਸੁੱਚਾ ਆਨੰਦ ਵੱਲ ਵੇਖਦਿਆਂ ਕਿਹਾ,
ਸਾਡੇ ਪਿਤਾ ਜੀ ਨੂੰ ਕੋਈ ਨਹੀਂ ਮਾਰ ਸਕਦਾ, ਨਾ ਹੀ ਅਸੀਂ ਕਿਸੇ ਤੋਂ ਡਰਦੇ ਹਾਂ। ਅਸੀਂ ਫਤਿਹ ਬੁਲਾਈ ਹੈ ਤੇ ਫਤਿਹ ਬੁਲਾਉਂਦੇ ਰਹਾਂਗੇ। ਦੁੱਖਾਂ ਤਸੀਹਿਆਂ ਤੋਂ ਡਰਨ ਵਾਲੇ ਅਸੀਂ ਨਹੀਂ, ਜੋ ਦਿਲ 'ਚ ਆਵੇ ਕਰਕੇ ਵੇਖ ਲਓ। ਇਸ ਦਲੇਰੀ ਭਰੇ ਉੱਤਰ ਨੇ ਸਭ ਨੂੰ ਹੈਰਾਨ ਕਰ ਦਿੱਤਾ। ਇੱਕ ਪਾਸੇ ਸਾਹਿਬਜ਼ਾਦਿਆਂ ਨੂੰ ਰੱਜ ਕੇ ਧਮਕਾਇਆ ਗਿਆ, ਦੂਜੇ ਪਾਸੇ ਹਰ ਤਰ੍ਹਾਂ ਦੇ ਲਾਲਚ ਦਿੱਤੇ ਗਏ। ਜਗੀਰਾਂ, ਨਵਾਬੀਆਂ, ਨਵਾਬਜ਼ਾਦੀਆਂ ਦੇ ਡੋਲੇ ਤੇ ਅਣਡਿੱਠੇ ਬਹਿਸ਼ਤਾਂ ਦੇ ਲਾਰੇ ਲਾਏ ਗਏ, ਪਰ ਉਹ ਵੀਰ ਬਾਲ ਕਿਸੇ ਦੇ ਝਾਂਸੇ ਦੇ ਵਿੱਚ ਨਹੀਂ ਆਏ। ਅੰਤ ਖਿਝ ਕੇ ਵਜ਼ੀਰ ਖਾਂ ਨੇ ਕਿਹਾ, ਬੇਸਮਝ ਬਾਲਕੋ, ਮੇਰੀ ਆਖਰੀ ਸ਼ਰਤ ਸੁਣ ਲਵੋ। ਜਾਂ ਇਸਲਾਮ ਪ੍ਰਵਾਨ ਕਰ ਲਵੋ, ਨਹੀਂ ਤਾਂ ਸਖਤ ਤਸੀਹੇ ਦੇ ਕੇ ਮਾਰੇ ਜਾਓਗੇ। ਅਸੀਂ ਮੌਤ ਤੋਂ ਤੇ ਦੁੱਖਾਂ ਤਸੀਹਿਆਂ ਤੋਂ ਡਰਨ ਵਾਲੇ ਨਹੀਂ, ਆਪਣੇ ਦਾਦੇ ਵਾਂਗ ਸ਼ਹੀਦ ਹੋ ਜਾਵਾਂਗੇ, ਪਰ ਤੇਰਾ ਦੀਨ ਨਹੀਂ ਮੰਨਾਂਗੇ। ਸਾਹਿਬਜ਼ਾਦਿਆਂ ਨੇ ਉਵੇਂ ਹੀ ਦਲੇਰੀ ਦੇ ਨਾਲ ਉੱਤਰ ਦਿੱਤਾ। ਉਸ ਵੇਲੇ ਕਚਹਿਰੀ ਦੇ ਵਿੱਚ ਸ਼ੇਰ ਮੁਹੰਮਦ ਖਾਂ ਮਲੇਰ ਕੋਟਲੇ ਵਾਲਾ ਵੀ ਬੈਠਾ ਸੀ। ਵਜ਼ੀਰ ਖਾਂ ਨੇ ਉਸ ਨੂੰ ਸੰਬੋਧਨ ਕਰਕੇ ਕਿਹਾ, ਖਾਨ ਸਾਹਿਬ, ਚਮਕੌਰ ਦੇ ਵਿੱਚ ਗੁਰੂ ਜੀ ਨੇ ਤੁਹਾਡੇ ਭਾਈ ਨਾਰ ਖਾਂ ਨੂੰ ਕਤਲ ਕੀਤਾ ਸੀ। ਤੁਸੀਂ ਇਹਨਾਂ ਨੂੰ ਕਤਲ ਕਰਕੇ ਆਪਣੇ ਭਰਾ ਦਾ ਬਦਲਾ ਲੈ ਲਵੋ। ਨਵਾਬ ਸਾਹਿਬ, ਮੇਰੇ ਭਰਾ ਭਤੀਜੇ ਮੈਦਾਨ ਦੇ ਵਿੱਚ ਲੜਦੇ ਹੋਏ ਮਾਰੇ ਗਏ ਨੇ। ਅੱਜ ਵੀ ਗੁਰੂ ਮੇਰੇ ਸਾਹਮਣੇ ਆ ਜਾਵੇ ਤਾਂ ਮੈਂ ਮਰਦਾਂ ਵਾਂਗ ਮੈਦਾਨ ਦੇ ਵਿੱਚ ਉਸ ਤੋਂ ਬਦਲਾ ਲਵਾਂਗਾ। ਪਰ ਇਹਨਾਂ ਮਾਸੂਮ ਬੱਚਿਆਂ ਨੂੰ ਇਹਨਾਂ ਦੇ ਪਿਤਾ ਦੀ ਕੀਤੀ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ। ਇਹ ਬੇਗੁਨਾਹ ਨੇ। ਇਸਲਾਮੀ ਸ਼ਰਅ ਦੇ ਵਿੱਚ ਮਾਸੂਮ ਤੇ ਬੇਗੁਨਾਹ ਬੱਚਿਆਂ ਨੂੰ ਮਾਰਨਾ ਪਾਪ ਹੈ। ਮੇਰੀ ਰਾਏ ਇਹ ਹੈ ਕਿ ਇਹਨਾਂ ਨੂੰ ਛੱਡ ਦੇਣਾ ਚਾਹੀਦਾ ਹੈ। ਸ਼ੇਰ ਮੁਹੰਮਦ ਖਾਂ ਨੇ ਦਲੇਰ ਬੰਦਿਆਂ ਵਾਂਗ ਉੱਤਰ ਦਿੱਤਾ। ਫਿਰ ਸੁੱਚਾ ਆਨੰਦ ਨੇ ਆਪਣੀ ਕਮੀਨਗੀ ਦਿਖਾਈ। ਸ਼ੇਰ ਮੁਹੰਮਦ ਖਾਂ ਦੀ ਰਾਏ ਸੁਣ ਕੇ ਕੋਲੋਂ ਸੁੱਚਾ ਆਨੰਦ ਉੱਠ ਖਲੋਤਾ। ਉਸਨੇ ਪਹਿਲਾਂ ਵਾਂਗ ਸਾਹਿਬਜ਼ਾਦਿਆਂ ਨੂੰ ਪਿਆਰ ਜਤਾਉਂਦਿਆਂ ਹੋਇਆਂ ਕਿਹਾ, ਸੁਣਿਆ ਬਾਲਕੋ, ਨਵਾਬ ਸ਼ੇਰ ਮੁਹੰਮਦ ਸਾਹਿਬ ਤੁਹਾਡੇ ਉੱਤੇ ਰਹਿਮ ਕਰਨ ਦੇ ਹੱਕ ਦੇ ਵਿੱਚ ਨੇ। ਭਲਾ ਸਰਕਾਰ ਤੁਹਾਨੂੰ ਛੱਡ ਦੇਵੇ ਤਾਂ ਤੁਸੀਂ ਕੀ ਕਰੋਗੇ? ਅਸੀਂ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਨੇ ਉੱਤਰ ਦਿੱਤਾ, ਅਸੀਂ ਜੰਗਲਾਂ ਤੇ ਪਿੰਡਾਂ ਦੇ ਵਿੱਚ ਜਾ ਕੇ ਆਪਣੇ ਸਿੱਖ ਇਕੱਠੇ ਕਰਾਂਗੇ ਤੇ ਫੌਜ ਬਣਾ ਕੇ ਜ਼ਾਲਮ ਸਰਕਾਰ ਨਾਲ ਲੜਾਂਗੇ। ਤੁਸੀਂ ਹਾਰ ਜਾਓਗੇ ਤੇ ਫੇਰ ਫੜੇ ਜਾਓਗੇ। ਭਲਾ ਜੇ ਫੇਰ ਵੀ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਕੀ ਕਰੋਗੇ? ਸੁੱਚਾ ਆਨੰਦ ਨੇ ਫੇਰ ਪੁੱਛਿਆ। ਅਸੀਂ ਫੇਰ ਆਪਣੀਆਂ ਫੌਜਾਂ ਇਕੱਠੀਆਂ ਕਰਕੇ ਸਰਕਾਰ ਦੇ ਨਾਲ ਲੜਾਂਗੇ ਤੇ ਉਦੋਂ ਤੱਕ ਲੜਦੇ ਰਵਾਂਗੇ ਜਿੰਨਾ ਚਿਰ ਜ਼ਾਲਮ ਸਰਕਾਰ ਖਤਮ ਨਹੀਂ ਹੋ ਜਾਂਦੀ। ਦੋਵੇਂ ਸਾਹਿਬਜ਼ਾਦਿਆਂ ਦਾ ਲਗਭਗ ਇੱਕੋ ਜਵਾਬ ਸੀ। ਸੁਣਿਆ ਜਨਾਬ, ਸੁੱਚਾ ਆਨੰਦ ਨੇ ਵਜ਼ੀਰ ਖਾਂ ਵੱਲ ਸੰਬੋਧਿਤ ਹੋ ਕੇ ਕਿਹਾ, ਇਹ ਹਨ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ। ਸੱਪਾਂ ਦੇ ਪੁੱਤ ਸੱਪ ਹੀ ਹੁੰਦੇ ਨੇ। ਇਹਨਾਂ ਨੂੰ ਛੱਡ ਦੇਣਾ ਆਪਣੇ ਆਪ ਦੇ ਨਾਲ ਬੈਰ ਕਰਨ ਦੇ ਬਰਾਬਰ ਹੈ। ਤੁਸੀਂ ਵੱਡੇ ਹੋ ਕੇ ਆਪਣੇ ਪਿਤਾ ਨਾਲੋਂ ਵੀ ਵੱਧ ਹੋਣਗੇ। ਮੇਰੀ ਰਾਏ ਹੈ ਇਹਨਾਂ ਨੂੰ ਮੌਤ ਦੀ ਸਜ਼ਾ ਦੇਣੀ ਚਾਹੀਦੀ ਹੈ। ਸੁੱਚਾ ਆਨੰਦ ਦੀ ਰਾਏ ਸੁਣ ਕੇ ਮੁਫਤੀ ਮੌਲਵੀ ਵੀ ਤੇਜ਼ ਹੋ ਗਏ। ਉਹਨਾਂ ਵੀ ਸਾਹਿਬਜ਼ਾਦਿਆਂ ਨੂੰ ਮਾਰ ਦੇਣ ਦੀ ਸਲਾਹ ਦਿੱਤੀ। ਵੱਡੇ ਮੁਫਤੀ ਨੇ ਫਤਵਾ ਦਿੱਤਾ ਕਿ ਇਹੋ ਜਿਹੇ ਜਿੱਦੀ ਬਾਲਕਾਂ ਨੂੰ ਜਿਉਂਦਿਆਂ ਹੀ ਕੰਧ ਦੇ ਵਿੱਚ ਚਿਣ ਦੇਣਾ ਚਾਹੀਦਾ ਹੈ। ਸ਼ੇਰ ਮੁਹੰਮਦ ਵੱਲੋਂ ਦਾ ਨਾਰਾ, ਇਹ ਜ਼ੁਲਮ ਹੈ, ਹੱਦੋਂ ਵੱਧ ਜ਼ੁਲਮ। ਇਹ ਸ਼ਰਅ ਦੇ ਉਲਟ ਹੈ। ਮਾਸੂਮ ਤੇ ਬੇਗੁਨਾਹ ਬੱਚਿਆਂ ਨੂੰ ਮਾਰਨ ਦੀ ਸ਼ਰਅ ਕਦੇ ਵੀ ਇਜਾਜ਼ਤ ਨਹੀਂ ਦਿੰਦੀ। ਮੈਂ ਇਹ ਜ਼ੁਲਮ ਨਹੀਂ ਵੇਖ ਸਕਦਾ। ਦਾ ਨਾਰਾ ਮਾਰ ਕੇ ਸ਼ੇਰ ਮੁਹੰਮਦ ਖਾਂ ਕਚਹਿਰੀ ਦੇ ਵਿੱਚੋਂ ਉੱਠ ਕੇ ਚਲਾ ਗਿਆ। ਸ਼ੇਰ ਮੁਹੰਮਦ ਖਾਂ ਦੀ ਗੱਲ ਦੀ ਕਿਸੇ ਨੇ ਕੀ ਪਰਵਾਹ ਕਰਨੀ ਸੀ। ਸਾਹਿਬਜ਼ਾਦਿਆਂ ਨੂੰ ਸਜ਼ਾ ਦੇਣ ਵਾਸਤੇ ਕਚਹਿਰੀ ਦੇ ਹਾਤੇ ਦੇ ਵਿੱਚ ਕੰਧ ਉਸਾਰਨ ਦਾ ਪ੍ਰਬੰਧ ਕੀਤਾ ਗਿਆ। ਕੰਧ ਦੇ ਹਰ ਵਾਰ ਦੇ ਨਾਲ ਸਾਹਿਬਜ਼ਾਦਿਆਂ ਨੂੰ ਪੁੱਛਿਆ ਜਾਂਦਾ ਕਿ ਇਸਲਾਮ ਮੰਨ ਲਵੋ ਤਾਂ ਜਾਨ ਬਖਸ਼ੀ ਜਾਵੇਗੀ। ਹਰ ਵਾਰ ਸਾਹਿਬਜ਼ਾਦੇ ਇੱਕੋ ਉੱਤਰ ਦਿੰਦੇ, ਅਸੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਰੇ ਹਾਂ, ਸਿਰ ਦੇ ਦਿਆਂਗੇ ਪਰ ਧਰਮ ਨਹੀਂ ਹਾਰਾਂਗੇ। ਕੰਧ ਗੋਡਿਆਂ ਤੱਕ ਆ ਗਈ। ਦੋਵੇਂ ਸੋਹਲ ਬਾਲਕ ਬੇਹੋਸ਼ ਹੋ ਕੇ ਇੱਕ ਪਾਸੇ ਉੱਲਰ ਪਏ। ਉਹਨਾਂ ਦੇ ਭਾਰ ਦੇ ਨਾਲ ਉਸ ਪਾਸਿਓਂ ਕੰਧ ਵੀ ਡਿੱਗ ਪਈ। ਸ਼ਾਇਦ ਕੰਧ ਉਸਾਰਨ ਦਾ ਮਤਲਬ ਵੀ ਵਧੇਰੇ ਕਰਕੇ ਸਾਹਿਬਜ਼ਾਦਿਆਂ ਨੂੰ ਡਰਾਉਣਾ ਹੀ ਸੀ। ਬੇਹੋਸ਼ੀ ਦੀ ਹਾਲਤ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਦਾਦੀ ਦੇ ਕੋਲ ਪਹੁੰਚਾਇਆ ਗਿਆ। ਨਿਸ਼ਾਨਾ ਇਹ ਸੀ ਕਿ ਬੱਚਿਆਂ ਦੀ ਅਜਿਹੀ ਹਾਲਤ ਵੇਖ ਕੇ ਮਾਤਾ ਗੁਜਰੀ ਜੀ ਵੀ ਸਹਿਮ ਜਾਣ। ਬੱਚਿਆਂ ਨੂੰ ਜਦ ਹੋਸ਼ ਆਈ ਤਾਂ ਉਹਨਾਂ ਨੇ ਕਚਹਿਰੀ ਵਿੱਚ ਹੋਈ ਬੀਤੀ ਸਾਰੀ ਸੁਣਾਈ। ਅਗਲੇ ਦਿਨ
ਇੰਨਾ ਸੁਨੇਹਾ ਆਇਆ, ਮਾਤਾ ਜੀ, ਨਵਾਬ ਸਾਹਿਬ ਵੱਲੋਂ ਆਪ ਜੀ ਨੂੰ ਸੋਚਣ ਵਾਸਤੇ ਇੱਕ ਦਿਨ ਦੀ ਮੋਹਲਤ ਦਿੱਤੀ ਜਾਂਦੀ ਹੈ। ਆਪ ਇਸਲਾਮ ਕਬੂਲ ਕਰਕੇ ਆਪਣੇ ਬੱਚਿਆਂ ਦੀ ਜਾਨ ਬਚਾ ਸਕਦੇ ਹੋ, ਨਹੀਂ ਤਾਂ ਭਲਕੇ ਦੋਵੇਂ ਸਾਹਿਬਜ਼ਾਦੇ ਕਤਲ ਕਰ ਦਿੱਤੇ ਜਾਣਗੇ। 8 ਪੈਰ ਜ਼ਿੰਦਗੀ ਦੇ ਆਖਰੀ 8 ਪੈਰ ਬੀਤ ਗਏ। ਕਿਵੇਂ ਬੀਤੇ ਹੋਣਗੇ ਅੰਦਾਜ਼ਾ ਲਾਉਣਾ ਔਖਾ ਹੈ। ਅਗਲੇ ਦਿਨ 13 ਪੋਹ ਸੰਮਤ 1761 ਬਿਕਰਮੀ ਨੂੰ ਦੋਵੇਂ ਸਾਹਿਬਜ਼ਾਦੇ ਸ਼ਹੀਦ ਕਰਨ ਵਾਸਤੇ ਕਚਹਿਰੀ ਵਿੱਚ ਪੇਸ਼ ਕੀਤੇ ਗਏ। ਉਸ ਵੇਲੇ ਵੱਡੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਜੀ ਦੀ ਉਮਰ 7 ਸਾਲ 11 ਮਹੀਨੇ ਤੇ 8 ਦਿਨ ਦੀ ਸੀ। ਛੋਟੇ ਫਤਿਹ ਸਿੰਘ ਜੀ ਦੀ ਉਮਰ 5 ਸਾਲ 10 ਮਹੀਨੇ ਤੇ 10 ਦਿਨ ਦੀ। ਉਹਨਾਂ ਦੇ ਭੋਲੇ ਭਾਲੇ ਚਿਹਰਿਆਂ ਵੱਲ ਵੇਖ ਕੇ ਵੀ ਜ਼ਾਲਮਾਂ ਨੂੰ ਤਰਸ ਨਾ ਆਇਆ। ਰਸਮੀ ਤੌਰ ਤੇ ਇੱਕ ਵਾਰ ਫੇਰ ਪੁੱਛਿਆ ਗਿਆ, ਜੇ ਉਹ ਇਸਲਾਮ ਕਬੂਲ ਕਰਕੇ ਜਾਨ ਬਚਾਉਣਾ ਚਾਹੁੰਦੇ ਹੋਣ ਤਾਂ, ਪਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਖੂਨ ਕਿਵੇਂ ਮੌਤ ਤੋਂ ਡਰ ਸਕਦਾ ਸੀ। ਦੋਹਾਂ ਦੇ ਕਤਲ ਦਾ ਆਖਰੀ ਫੈਸਲਾ ਹੋ ਗਿਆ। ਪਰ ਇਹ ਕੰਮ ਭੁਗਤਾਵੇ ਕੌਣ? ਕੋਈ ਵੀ ਜਲਾਦ ਇਸ ਅੱਤ ਦੇ ਜੁਰਮ ਵਾਸਤੇ ਤਿਆਰ ਨਹੀਂ ਸੀ। 2 ਜਲਾਦ ਸ਼ਾਸਲ ਵੇਗ ਤੇ ਵਾਸ਼ਲ ਵੇਗ ਕਿਸੇ ਮੁਕੱਦਮੇ ਵਿੱਚ ਫਸੇ ਹੋਏ ਸਨ। ਉਹਨਾਂ ਉੱਠ ਕੇ ਅਰਜ਼ ਕੀਤੀ, ਸਰਕਾਰ, ਸਾਡਾ ਜੁਰਮ ਮਾਫ਼ ਕਰ ਦਿੱਤਾ ਜਾਵੇ ਤਾਂ ਅਸੀਂ ਇਹ ਕੰਮ ਕਰਨ ਨੂੰ ਤਿਆਰ ਹਾਂ। ਉਹਨਾਂ ਦੀ ਇਹ ਬੇਨਤੀ ਮੰਨ ਲਈ ਗਈ। ਅੱਗੇ ਲਿਖਦਿਆਂ ਤੇ ਸੁਣਾਉਂਦਿਆਂ ਛਾਤੀ ਪਾਟਦੀ ਹੈ। ਜਲਾਦਾਂ ਨੇ ਦੋਹਾਂ ਸਾਹਿਬਜ਼ਾਦਿਆਂ ਨੂੰ ਧਰਤੀ ਉੱਤੇ ਸਿੱਧੇ ਲਿਟਾ ਕੇ ਉਹਨਾਂ ਦੀਆਂ ਛਾਤੀਆਂ ਤੇ ਗੋਡੇ ਰੱਖ ਕੇ ਛੁਰੀ ਦੇ ਨਾਲ ਬੱਕਰੇ ਵਾਂਗ ਉਹਨਾਂ ਨੂੰ ਹਲਾਲ ਕੀਤਾ। ਇਹ ਅਮਾਨਵੀ ਅਤਿਆਚਾਰ ਨੂੰ ਵੇਖ ਕੇ ਜ਼ਮੀਨ ਅਸਮਾਨ ਕੰਬ ਉੱਠੇ ਤੇ ਇਸ ਸ਼ਹੀਦੀ ਨੇ ਸਾਰੇ ਪੰਜਾਬ ਦੇ ਵਿੱਚ ਅਜਿਹੀ ਅੱਗ ਭੜਕਾ ਦਿੱਤੀ ਜੋ ਮੁਗਲ ਰਾਜ ਨੂੰ ਖਤਮ ਕਰਕੇ ਹੀ ਸ਼ਾਂਤ ਹੋਈ। ਲੋਕ ਆਹ ਭਰ ਕੇ ਕਹਿੰਦੇ ਸਨ, ਇਸ ਜੀਉਣ ਨਾਲੋਂ ਤਾਂ ਸਰਕਾਰ ਦੇ ਗਲ ਪੈ ਕੇ ਮਰ ਜਾਣਾ ਚੰਗਾ ਹੈ। ਟੋਡਰ ਮੱਲ ਨੇ ਸੰਸਕਾਰ ਕੀਤਾ। ਸਰਹੰਦ ਦੇ ਜੌਹਰੀ ਟੋਡਰ ਮੱਲ ਨੇ ਨਵਾਬ ਵਜ਼ੀਰ ਖਾਂ ਪਾਸੋਂ ਸਾਹਿਬਜ਼ਾਦਿਆਂ ਦੇ ਅੰਤਮ ਸੰਸਕਾਰ ਦੀ ਆਗਿਆ ਮੰਗੀ। ਨਵਾਬ ਨੇ ਕਿਹਾ, ਜ਼ਮੀਨ ਮੁੱਲ ਲੈ ਕੇ ਸੰਸਕਾਰ ਕਰ ਸਕਦੇ ਹੋ। ਜੇ ਜ਼ਮੀਨ ਮੁੱਲ ਮਿਲੇਗੀ ਤਾਂ ਉਹ ਮੋਹਰਾਂ ਵਿਛਾ ਕੇ ਜਾਂ ਮੋਹਰਾਂ ਨੂੰ ਖੜੀਆਂ ਕਰਕੇ, ਉਹਨਾਂ ਨੇ ਜਿਹੜੀ ਟੋਡਰ ਮੱਲ ਜੀ ਨੇ ਇਹ ਸ਼ਰਤ ਪੂਰੀ ਕੀਤੀ, ਉਹਨਾਂ ਨੇ ਅੰਗੀਠੇ ਜੋਗੀ ਥਾਂ ਪ੍ਰਾਪਤ ਕੀਤੀ। ਅਗਲੇ ਦਿਨ ਮਾਤਾ ਗੁਜਰੀ ਜੀ ਤੇ ਦੋਵਾਂ ਸਾਹਿਬਜ਼ਾਦਿਆਂ ਦਾ ਸੰਸਕਾਰ ਜਿਹੜਾ ਕੀਤਾ ਗਿਆ ਤੇ ਉਸ ਥਾਂ ਗੁਰਦੁਆਰਾ ਜੋਤੀ ਸਰੂਪ ਅੱਜ ਕਾਇਮ ਹੈ। ਤੇ ਗੰਗੂ ਕਿਵੇਂ ਮਰਿਆ? ਹੁਣ ਵਾਰੀ ਆ ਗਈ ਵਿਸ਼ਵਾਸਘਾਤੀ ਗੰਗੂ ਦੀ। ਜਿਸ ਧਨ ਦੇ ਲਾਲਚ ਦੇ ਵਿੱਚ ਉਸਨੇ ਐਡਾ ਵੱਡਾ ਪਾਪ ਕੀਤਾ ਸੀ, ਉਹੀ ਧਨ ਉਸ ਦੀ ਮੌਤ ਦਾ ਕਾਰਨ ਬਣਿਆ। ਮਾਤਾ ਗੁਜਰੀ ਜੀ ਤੋਂ ਸੁਣੇ ਹੋਏ ਸ਼ਬਦਾਂ ਦੇ ਆਧਾਰ ਤੇ ਜਾਨੀ ਖਾਂ ਤੇ ਮਾਨੀ ਖਾਂ ਨੇ ਨਵਾਬ ਵਜ਼ੀਰ ਖਾਂ ਨੂੰ ਦੱਸਿਆ ਕਿ ਮਾਤਾ ਗੁਜਰੀ ਜੀ ਜੋ ਮੋਹਰਾਂ ਦੀ ਖੁਰਜੀ ਨਾਲ ਲੈ ਕੇ ਆਏ ਸਨ, ਉਹ ਗੰਗੂ ਦੇ ਕੋਲ ਹੈ। ਵਜ਼ੀਰ ਖਾਂ ਨੇ ਉਸ ਰਕਮ ਨੂੰ ਸਰਕਾਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾਉਣ ਵਾਸਤੇ ਕਿਹਾ। ਗੰਗੂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਹਾਕਮਾਂ ਵੱਲੋਂ ਮਾਰ ਕੁਟਾਈ ਸ਼ੁਰੂ ਹੋ ਗਈ। ਅੰਤ ਕੁੱਟ ਦਾ ਮਾਰਿਆ ਗੰਗੂ ਮੰਨ ਗਿਆ। ਉਸਨੇ ਕਈ ਥਾਂ ਵਿਖਾਏ ਜਿੱਥੇ ਧਨ ਦੱਬਿਆ ਸੀ, ਪਰ ਧਨ ਕਿਤਿਓਂ ਵੀ ਨਾ ਨਿਕਲਿਆ। ਮਾਸੂਮ ਬੱਚਿਆਂ ਦੀ ਸ਼ਹੀਦੀ ਨੇ ਉਸਦੇ ਮਨ ਤੇ ਵੀ ਅਸਰ ਕੀਤਾ ਸੀ ਤੇ ਉਹ ਭੁੱਲ ਗਿਆ ਸੀ ਕਿ ਉਹ ਧਨ ਕਿਸ ਥਾਂ ਦੱਬ ਬੈਠਾ ਹੈ। ਹਾਕਮਾਂ ਨੇ ਸਮਝਿਆ ਕਿ ਗੰਗੂ ਉਹਨਾਂ ਨੂੰ ਧੋਖਾ ਦੇ ਰਿਹਾ ਹੈ। ਸਿਪਾਹੀਆਂ ਨੇ ਫਿਰ ਗੰਗੂ ਨੂੰ ਮਾਰਨਾ ਪਿੱਟਣਾ ਸ਼ੁਰੂ ਕੀਤਾ। ਸਿੱਟਾ ਇਹ ਨਿਕਲਿਆ ਕਿ ਗੰਗੂ ਸਰਕਾਰੀ ਬੰਦਿਆਂ ਦੇ ਹੱਥੋਂ ਕੁੱਟ ਖਾ ਕੇ ਮਰ ਗਿਆ। ਇਸ ਸ਼ਹੀਦੀ ਦਾ ਕੀ ਅਸਰ ਹੋਇਆ? ਠੀਕ ਕਹਿੰਦੇ ਨੇ ਕਿ ਸ਼ਹੀਦ ਦੀ ਮੌਤ ਕੌਮ ਨੂੰ ਨਵਾਂ ਜੀਵਨ ਬਖਸ਼ਦੀ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹੀਦੀ ਦੇ ਨਾਲ ਲੋਕਾਂ ਦੇ ਅੰਦਰ ਗੁੱਸੇ ਦੀ ਅੱਗ ਸੁੰਗਲਣ ਲੱਗ ਪਈ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਚਾਰ ਤੇ ਦਲੇਰੀ ਭਰੇ ਕਾਰਨਾਮਿਆਂ ਨੇ ਉਸ ਨੂੰ ਲੋੜੀਂਦੀ ਹਵਾ ਦਿੱਤੀ, ਪਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੇ ਉਸ ਨੂੰ ਭਾਂਬੜ ਦੇ ਵਿੱਚ ਬਦਲ ਦਿੱਤਾ, ਜਿਸ ਬਾਰੇ ਗੁਰਬਿਲਾਸ ਦੇ ਵਿੱਚ ਇੰਜ ਦਰਜ ਹੈ, ਜਬ ਸੁਨਿਓ ਭੇਦ ਤੁਰਕਾਨ ਕਾਨ, ਇਹ 4 ਖਚਰ ਮੂਹਰੇ ਅਮਾਨ,
ਗਹਿ ਲਿਓ ਤਾਸ ਬਾਂਦੇ ਮੰਗਾਏ, ਲੈ ਮਾਰ ਕੂਟ ਦੀਨੋਂ ਖਪਾਏ। ਸਿੱਖ ਜਨਤਾ ਦੇ ਦਿਲਾਂ ਵਿੱਚ ਅਜਿਹੀ ਜਵਾਲਾ ਭੜਕੀ ਜਿਸ ਨੇ ਮੁਗਲ ਰਾਜ ਨੂੰ ਸਾੜ ਕੇ ਸੁਆਹ ਕਰ ਦਿੱਤਾ। ਹੁੰਦੇ ਤਾਣ ਸਮੇਂ ਦੀ ਸਰਕਾਰ ਨੇ ਸਿੱਖਾਂ ਉੱਤੇ ਅਸਹਿ ਤੇ ਅਕਹਿ ਜ਼ੁਲਮ ਕੀਤੇ, ਪਰ ਉਹਨਾਂ ਨੇ ਮਰਦਾਂ ਵਾਂਗ ਸਹਾਰੇ ਤੇ ਮੂੰਹੋਂ ਸੀ ਤੱਕ ਨਾ ਕੀਤੀ, ਕਿਉਂਕਿ ਉਹਨਾਂ ਸਾਹਮਣੇ ਖਾਸ ਕਰਕੇ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਕੁਰਬਾਨੀ ਮਿਸਾਲ ਵਜੋਂ ਰੋਸ਼ਨ ਸੀ। ਜਿੱਥੇ ਵੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਜ਼ਿਕਰ ਚੱਲਦਾ ਹੈ, ਲੋਕ ਅਵੱਸੋ ਪੁਕਾਰ ਉੱਠਦੇ ਨੇ, ਓਏ ਇਸ ਜੀਣ ਨਾਲੋਂ ਤਾਂ ਮਰ ਜਾਣਾ ਚੰਗਾ ਹੈ। ਇਹੋ ਜਿਹੀ ਸਰਕਾਰ ਨੂੰ ਖਤਮ ਕਰਕੇ ਹੀ ਦਮ ਲੈਣਾ ਚਾਹੀਦਾ ਹੈ ਤੇ ਅੰਤ ਉਹਨਾਂ ਮੁਗਲਾਂ ਦੀ ਸਰਕਾਰ ਦਾ ਖਾਤਮਾ ਹੀ ਕਰ ਦਿੱਤਾ। ਇਸੇ ਲੇਖ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ। ਤੇ ਇੱਥੇ ਇੱਕ ਗੱਲ ਹੋਰ ਹੈ ਜਿਹੜੀ ਕਿ ਇੱਕ ਲੇਖ ਦੇ ਵਿੱਚ ਪ੍ਰੋਫੈਸਰ ਕਿਰਪਾਲ ਸਿੰਘ ਜੀ ਵਡੂੰਗਰ ਉਹਨਾਂ ਨੇ ਲਿਖੀ ਹੈ ਕਿ ਕਿਵੇਂ ਵਜ਼ੀਰ ਖਾਨ ਜਿਹੜਾ ਸੀ, ਉਹਦੀ ਇੱਕ ਬੇਗਮ ਬੀਬੀ ਭਾਗੋ ਪਹਿਲਾਂ ਸੀ, ਉਹਨੂੰ ਮੱਲੋ ਜੋਰੀ ਉਹਦੇ ਨਾਲ ਨਿਕਾਹ ਕੀਤਾ ਗਿਆ ਸੀ। ਉਹਨੂੰ ਬੇਗਮ ਜੈਨਬੁਸ ਨਿਸਾ ਦੇ ਨਾਂ ਦੇ ਨਾਲ ਵੀ ਜਾਣਿਆ ਜਾਂਦਾ ਹੈ। ਉਸਨੇ ਵੀ ਬਹੁਤ ਸਮਝਾਇਆ ਵਜ਼ੀਰ ਖਾਨ ਨੂੰ, ਪਰ ਵਜ਼ੀਰ ਖਾਨ ਜਿਹੜਾ ਹੈ ਉਹਦਾ ਜਿਹੜਾ ਹੈ ਉਹ ਸਿਰਫ ਤੇ ਸਿਰਫ ਔਰੰਗਜ਼ੇਬ ਨੂੰ ਖੁਸ਼ ਕਰਨ ਦੇ ਲਈ ਸਾਰਾ ਕੁਝ ਕਰ ਰਿਹਾ ਸੀ। ਤੇ ਨਾਲ ਦੀ ਨਾਲ ਸੁੱਚਾਨੰਦ ਵਰਗੇ ਲੋਕ ਜਿਹੜੇ ਨੇ ਉਹ ਵੀ ਆਪਣਾ ਜਿਹੜਾ ਹਿੱਸਾ ਉਹਨਾਂ ਨੇ ਇਸ ਗੱਲ ਦੇ ਵਿੱਚ ਪਾਇਆ। ਆਪਣੀ ਜਿਹੜੀ ਉਹਨਾਂ ਦੀ ਨੀਤ ਜਿਹੜੀ ਸੀ ਉਹ ਸੀਗੀ ਕਿ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਇਆ ਜਾਵੇ। ਇਸ ਤਰ੍ਹਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਹੈ। ਤੇ ਕਈ ਵਾਰੀ ਇਹ ਵੀ ਮਨ ਦੇ ਵਿੱਚ ਖਿਆਲ ਆਉਂਦਾ ਹੈ ਕਿ ਕੁਝ ਕੈਲੰਡਰਾਂ ਦੇ ਉੱਤੇ ਸਾਹਿਬਜ਼ਾਦਿਆਂ ਦੀਆਂ ਫੋਟੋਆਂ ਦੇ ਵਿੱਚ ਉਹਨਾਂ ਦੇ ਕਲਗੀਆਂ ਲਗਾ ਕੇ ਪੇਂਟਿੰਗਾਂ ਦੇ ਵਿੱਚ ਦਿਖਾਇਆ ਜਾਂਦਾ ਹੈ, ਜਦ ਕਿ ਜਿਹੜੀ ਹਕੀਕਤ ਹੈ ਸਾਹਿਬਜ਼ਾਦਿਆਂ ਨੂੰ ਬਹੁਤ ਹੀ ਤਸੀਹੇ ਦੇ ਕੇ, ਬਹੁਤ ਹੀ ਜਿਹੜਾ ਹੈ ਉਹਨਾਂ ਨੂੰ ਦੁੱਖ ਦੇ ਕੇ ਜਿਹੜਾ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ। ਤੇ ਜਿਹੜਾ ਕਿ ਐਸੇ ਜਿਹੜੀਆਂ ਪੇਂਟਿੰਗਾਂ ਵਗੈਰਾ ਨੇ ਉਹ ਜਿਹੜੀਆਂ ਹੈ ਉਸ ਸ਼ਹੀਦੀ ਦਾ ਜਿਹੜਾ ਅਸਰ ਹੈ ਉਸ ਨੂੰ ਜਿਹੜੀਆਂ ਉਹ ਘਟਾ ਦਿੰਦੀਆਂ ਨੇ, ਜੋ ਕਿ ਗਲਤ ਹੈ। ਹੁਣੇ ਥੋੜੇ ਚਿਰ ਹੋਇਆ ਜਿਹੜੀ 4 ਸਾਹਿਬਜ਼ਾਦਿਆਂ ਤੇ ਫਿਲਮ ਬਣੀ ਸੀ YouTube ਤੇ, ਅੱਜ ਵੀ ਮਿਲ ਜਾਂਦੀ ਹੈ। ਜਿਸ ਤਰ੍ਹਾਂ ਉਹਦੇ ਵਿੱਚ ਜਿਹੜੀਆਂ ਸ਼ਹੀਦੀਆਂ ਦਿਖਾਈਆਂ ਗਈਆਂ ਨੇ, ਅਗਰ ਜੇ ਉਹਨਾਂ ਨੇ ਜਿਹੜਾ ਜਾਣ ਬੁੱਝ ਕੇ ਜਿਹੜਾ ਹੈ ਉਹਦੇ ਵਿੱਚ ਜਿਹੜੇ ਹੈ ਲਹੂ ਨਹੀਂ ਦਿਖਾਇਆ, ਅਗਰ ਜੇ ਲਹੂ ਦਿਖਾਇਆ ਜਾਂਦਾ ਤੇ ਸ਼ਾਇਦ ਕੋਈ ਹੀ ਬੰਦਾ ਜਿਹੜੀ ਫਿਲਮ ਦੇਖ ਸਕਦਾ। ਤੇ ਅੱਜ ਵੀ ਜਿਹੜੀ ਹੈ 4 ਸਾਹਿਬਜ਼ਾਦੇ ਫਿਲਮ ਜਿਹੜੀ ਹੈ ਉਹ YouTube ਤੇ ਦੇਖੀ ਜਾ ਸਕਦੀ ਹੈ। ਤੇ ਆਓ ਇੱਕ ਨਰਿੰਦਰ ਬੀਬਾ ਜੀ ਦਾ ਜਿਹੜਾ ਹੈ ਗੀਤ ਸੁਣਦੇ ਹਾਂ। ਤੇ ਮੁਖ ਚੰਦ ਨਾਲੋਂ ਸੋਹਣੇ ਜਿੱਦਾਂ ਚਾਨਣੀ ਨਚੋੜੀ, ਹੱਸੇ ਨੀਆਂ ਚ ਖਲੋਤੀ ਨੂਰੀ ਪਾਤਸ਼ਾਹ ਦੀ ਜੋੜੀ। ਮੁਖ ਚੰਦ ਨਾਲੋਂ ਸੋਹਣੇ ਜਿੱਦਾਂ ਚਾਨਣੀ ਨਚੋੜੀ। ਖੇਲੇ ਬੁੱਲੀ ਮੁਸਕਾਨ ਪੈਂਦਾ ਰੂਪ ਡੁੱਲ ਡੁੱਲ, ਜਿੱਦਾਂ ਚਾਨਣੀ ਚ ਨਾਤੇ ਹੋਣ ਮੋਦੀਏ ਦੇ ਫੁੱਲ। ਸੀਨੇ ਅਣਖਾਂ ਦੀ ਅੱਗ ਉਦਾਂ ਵੈਰੀ ਸਾਰਾ ਜੱਗ, ਤਾਂ ਵੀ ਸਿੱਖੀ ਦੀ ਰਵਾਇਤ ਨਹੀਂ ਯੋਧਿਆਂ ਨੇ ਤੋੜੀ। ਹੱਸੇ ਨੀਆਂ ਚ ਖਲੋਤੀ ਨੂਰੀ ਪਾਤਸ਼ਾਹ ਦੀ ਜੋੜੀ। ਮੁਖ ਚੰਦ ਨਾਲ ਸੋਹਣੇ ਜਿੱਦਾਂ ਚਾਨਣੀ ਨਚੋੜੀ।
ਜ਼ਾਲਮਾਂ ਦੀ ਬੋੜੀ ਹਥੇਰੀਆਂ 'ਚ ਖਲੋਤੀ ਨੂਰੀ ਪਾਤਸ਼ਾਹ ਦੀ ਜੋੜੀ ਮੁਖ ਚੰਦ ਨਾਲ ਸੋਹਣੇ ਜਿੱਦਾਂ ਚਾਨਣੀ ਨਚੋੜੀ ਵਿੰਗੀ ਹੋਣ ਲੱਗੀ ਕੰਧ ਜਦੋਂ ਗੋਡਿਆਂ ਤੇ ਆਈ ਇੱਟ ਤੋੜੀ ਨਾ ਤੂੰ ਵੇਖੀ ਦੋਵਾਂ ਵੀਰਾਂ ਰੌਲੀ ਪਾਈ ਇਹ ਸਿੱਖੀ ਦਾ ਮਹਲ ਮੀਆਂ ਮਨ ਸਾਡੀ ਗੱਲ ਉਹਨੇ ਛਿੱਲ ਦਿੱਤੇ ਗੋਡੇ ਇੱਟ ਸੱਚੀ ਨੂੰ ਨਾ ਤੋੜੀ ਹਥੇਰੀਆਂ 'ਚ ਖਲੋਤੀ ਨੂਰੀ ਪਾਤਸ਼ਾਹ ਦੀ ਜੋੜੀ ਮੁਖ ਚੰਦ ਨਾਲੋਂ ਸੋਹਣੇ ਜਿੱਦਾਂ ਚਾਨਣੀ ਨਚੋੜੀ ਹਾਂਜੀ, ਇਹ ਸਨ ਨਰਿੰਦਰ ਬੀਬਾ ਜੀ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਗੀਤ ਸੁਣਿਆ ਤੇ ਇਹਨਾਂ ਹੀ ਸ਼ਬਦਾਂ ਦੇ ਨਾਲ ਅਸੀਂ ਆਪ ਤੋਂ ਵਿਦਾਇਗੀ ਲੈਂਦੇ ਹਾਂ। ਸ਼ਹੀਦਾਂ ਦੇ ਕਰਕੇ ਹੀ ਜਿਹੜੀ ਕੌਮ ਜਿੰਦੀ ਹੈ ਤੇ ਸਾਨੂੰ ਸਾਡੇ ਵੱਲੋਂ ਪ੍ਰਣਾਮ ਹੈ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਤੇ ਹੋਰ ਤਮਾਮ ਸਿੱਖ ਜਿਨ੍ਹਾਂ ਨੇ ਸ਼ਹੀਦੀ ਦਿੱਤੀ ਤੇ ਕੌਮ ਨੂੰ ਜਿੰਦਾ ਰੱਖਿਆ ਤੇ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਦੀ ਜਾਚਨਾ ਕਰਦੇ ਹੋਏ ਇੱਥੇ ਹੀ ਆਪ ਨੂੰ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਅਗਲੇ ਗੀਤ ਦੇ ਦੂਜੇ ਪਾਰ ਅਸੀਂ ਆਪ ਜੀ ਨੂੰ ਲੈ ਚੱਲਾਂਗੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਜਿੱਥੋਂ ਆਪ ਜੀ ਸਿੱਧਾ ਪ੍ਰਸਾਦ ਸਰਵਣ ਕਰੋਗੇ। ਆਪਣਾ ਖਿਆਲ ਰੱਖਿਓ, ਰੱਬ ਰੱਖ।